ਇਕ ਓੰਕਾਰ ਸਤਿਗੁਰ ਪ੍ਰਸਾਦ। ਮਲਾਰ ਮਹਲਾ ਪੰਜਵਾ। ਪ੍ਰਭ ਕੋ ਭਗਤ ਬਸ਼ਲ ਬਿਰਦਾਇਓ। ਨਿੰਦਕ ਮਾਰ ਚਾਰਨ ਤਲ ਦੀਨੇ। ਆਪਨੋ ਜਸ ਵਰਤਾਇਓ। ਪ੍ਰਭ ਕੋ ਭਗਤ ਬਸ਼ਲ ਬਿਰਦਾਇਓ। ਨਿੰਦਕ ਮਾਰ ਚਰਨ ਤਲ ਦੀਨੇ। ਆਪਨੋ ਜਸ ਵਰਤਾਇਓ। ਰਹਾਉ। ਜੈ ਜੈਕਾਰ ਕੀਨੋ ਸਭ ਜਗ ਮਹਿ। ਦਇਆ ਜੀਅਨ ਮਹਿ ਪਾਇਓ। ਕੰਠ ਲਾਏ ਆਪਨੋ ਦਾਸ ਰਾਖਿਓ। ਤਾਤੀ ਵਾਉ ਨ ਲਾਇਓ। ਅੰਗੀਕਾਰ ਕੀਓ ਮੇਰੇ ਸੁਆਮੀ। ਭ੍ਰਮ ਭਉ ਮੇਟ ਸਹਾਇਓ। ਮਹਾ ਆਨੰਦ ਕਰਹੁ ਦਾਸ ਹਰਿ ਕੇ। ਨਾਨਕ ਵਿਸਵਾਸ ਮਨ ਆਇਓ। ਅੰਗੀਕਾਰ ਕੀਓ ਮੇਰੇ ਸੁਆਮੀ। ਭ੍ਰਮ ਭਉ ਮੇਟ ਸੁਖਾਇਓ। ਮਹਾ ਆਨੰਦ ਕਰਹੁ ਦਾਸ ਹਰਿ ਕੇ। ਨਾਨਕ ਵਿਸਵਾਸ ਮਨ ਆਇਓ। ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਲਾ ਪਹਿਲਾ। ਨਾਨਕ ਮਇਆ ਕਰਮ ਬਿਰਖ। ਫਲ ਅੰਮ੍ਰਿਤ ਫਲ ਵਿਸ। ਸਭ ਕਾਰਣ ਕਰਤਾ ਕਰੇ। ਜਿਸ ਖਵਾਲੇ ਤਿਸ। ਤਖਤ ਚਵਰ ਛਤਰ ਦੇ ਮਾਲਕ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਮਹਾਂਪੁਰਖਾਂ ਦਾ ਪਾਵਨ ਪਵਿੱਤਰ ਤਪ ਅਸਥਾਨ ਨਾਨਕਸਰ ਦੀ ਪਵਿੱਤਰ ਧਰਤੀ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ, ਜਿਸ ਦੀ ਨਿਤਾ ਪ੍ਰਤ
ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਅੱਜ ਦਾ ਵੀ ਇਹ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ, ਜੋ ਕਿ ਮਹਾਂਪੁਰਖਾਂ ਦੇ ਪਾਵਨ ਅਸਥਾਨ ਤੇ ਹਾਜ਼ਰੀਆਂ ਲਵਾ ਰਹੇ ਹਾਂ। ਮਹਾਂਪੁਰਖਾਂ ਦੇ ਅਸਥਾਨ ਉੱਤੇ ਹਾਜ਼ਰੀਆਂ ਪੂਰਬਲੇ ਬਹੁਤ ਵੱਡੇ ਉੱਤਮ ਕਰਮ ਭਾਗਾਂ ਦੇ ਨਾਲ ਮਿਲਦੀਆਂ ਨੇ, ਐਵੇਂ ਨਹੀਂ ਮਿਲਦੀਆਂ। ਅੱਜ ਸਮਝੀਏ, ਜੇ ਆਪਾਂ ਬੈਠੇ ਆ ਨਾ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਗੋਦ ਵਿੱਚ, ਪਤਾ ਨਹੀਂ ਕਿੰਨੇ ਕੁ ਉੱਤਮ ਕਰਮ ਪਰਮੇਸ਼ਰ ਨੇ ਸਾਡੇ ਕੋਲ ਕਰਵਾਏ ਨੇ, ਜਿਨ੍ਹਾਂ ਕਰਮਾਂ ਦੇ ਕਰਕੇ ਅੱਜ ਇਹ ਸੁਭਾਗ ਸਮਾਂ ਮਿਲਿਆ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ, ਸਤਿਗੁਰ ਕਿਰਪਾ ਕਰਦੇ ਨੇ, ਇਹ ਜਿਹੜੀ ਦੇਹੀ ਸਾਨੂੰ ਮਿਲੀ ਹੈ, ਇਹਨੂੰ ਕੈਸੇ ਕੈਸੇ ਫਲ ਲੱਗਦੇ ਨੇ। ਪਾਤਸ਼ਾਹ ਕਿਰਪਾ ਕਰਦੇ ਨੇ, ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ। ਸਤਿਗੁਰੂ ਕਿਰਪਾ ਕਰਦੇ ਨੇ, ਇਹ ਮਾਇਆ ਦਾ ਰਚਿਆ ਹੋਇਆ ਜਿਹੜਾ ਸਾਡਾ ਸਰੀਰ ਹੈ ਨਾ, ਜਿਹੜਾ ਸਾਨੂੰ ਮਨੁੱਖਾ ਦੇਹੀ ਪਰਮੇਸ਼ਰ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ, ਇਹਨੂੰ ਕਰਮਾਂ ਰੂਪੀ ਫਲ ਲੱਗਦੇ ਨੇ। ਹੁਣ ਕਰਮਾਂ ਰੂਪੀ ਫਲ ਸਤਿਗੁਰੂ ਕਿਰਪਾ ਕਰਦੇ ਨੇ, ਫਲ ਅੰਮ੍ਰਿਤ ਫਲ ਵਿਸ। ਵਿਸ ਕਹਿੰਦੇ ਨੇ ਜ਼ਹਿਰ ਨੂੰ, ਕਹਿੰਦੇ ਨੇ ਅੰਮ੍ਰਿਤ ਵਰਗੇ ਫਲ ਵੀ ਲੱਗਦੇ ਨੇ ਤੇ ਜ਼ਹਿਰ ਵਰਗੇ ਫਲ ਵੀ ਇਸ ਸਰੀਰ ਨੂੰ ਲੱਗਦੇ। ਆ ਜਿਹੜੇ ਫਲ ਲੱਗ ਰਹੇ ਨੇ, ਇਹ ਅੰਮ੍ਰਿਤ ਫਲ ਨੇ, ਜਿਹੜੇ ਆਪ ਸਾਰੀਆਂ ਸੰਗਤਾਂ ਪ੍ਰਾਪਤ ਕਰ ਰਹੇ ਹੋ। ਉਹ ਫਲ ਜਿਹੜੇ ਕੁਸੰਗਤ ਵਿੱਚ ਪੈ ਕੇ ਲੱਗਦੇ ਨੇ, ਉਹ ਜ਼ਹਿਰ ਰੂਪੀ ਫਲ ਨੇ। ਪਾਤਸ਼ਾਹ ਕਹਿੰਦੇ ਨੇ, ਬਹੁਤ ਜਨਮ ਨਾਮ ਜਪ ਕੇ ਸੇਵਾ ਕਰਕੇ ਫਿਰ ਮਨੁੱਖ ਦੇਹੀ ਮਿਲੀ। ਹੁਣ ਦੇਹੀ ਮਿਲੀ, ਪਰਮੇਸ਼ਰ ਨੇ ਸੁਭਾਗ ਸਮਾਂ ਦਿੱਤਾ, ਸਮੱਤ ਦਿੱਤੀ, ਇਹਦੇ ਨਾਲ ਕੁਝ ਚੰਗੇ ਕਰਮ ਕਰ ਲੈ। ਪਰ ਫਿਰ ਵੀ ਮਨੁੱਖ ਇੰਨੀ ਸੋਹਣੀ ਮੱਤ ਹੁੰਦਿਆਂ ਹੋਇਆਂ ਵੀ ਵਿਕਾਰ ਕਰਦਾ ਹੈ। ਤੇ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਸਮਝਾਉਂਦੇ ਨੇ, ਭਾਈ ਮਨੁੱਖਾ ਜੀਵਨ ਤੈਨੂੰ ਮਿਲਿਆ ਸੀ, ਇਹਨੂੰ ਦੋ ਤਰ੍ਹਾਂ ਦੇ ਤੂੰ ਫਲ ਲਾ ਰਿਹਾ, ਪੈਦਾ ਕਰ ਰਿਹਾ। ਕਿਹੜੇ ਫਲ? ਅੰਮ੍ਰਿਤ ਫਲ ਵਿਸ। ਚਾਹੇ ਤੂੰ ਅੰਮ੍ਰਿਤ ਵਰਗੇ ਫਲ ਪੈਦਾ ਕਰ ਲੈ ਤੇ ਭਾਵੇਂ ਤੂੰ ਜ਼ਹਿਰ ਵਰਗੇ ਫਲ ਪੈਦਾ ਕਰ ਲੈ। ਸਭ ਕਾਰਨ ਕਰਤਾ ਕਰੇ, ਜਿਸ ਖਵਾਲੇ ਤਿਸ। ਇਹ ਜਿਹੜੇ ਕਾਰਨ ਨੇ ਨਾ, ਇਹ ਕਰਤਾ ਪੁਰਖ ਕਰਦਾ ਹੈ। ਜਿਸ ਨੂੰ ਉਹ ਮਿੱਠੇ ਫਲ ਦੇਣਾ ਚਾਹੁੰਦਾ, ਉਹਨੂੰ ਮਿੱਠੇ ਮਿਲਦੇ ਨੇ। ਜਿਹਨੂੰ ਜ਼ਹਿਰੀਲੇ ਫਲ ਦੇਣਾ ਚਾਹੁੰਦਾ, ਉਹਨੂੰ ਜ਼ਹਿਰੀਲੇ ਮਿਲਦੇ ਨੇ। ਹੁਣ ਹੋ ਸਕਦਾ ਨਾਸਤਕ ਮਨੁੱਖ ਇਹ ਗੱਲ ਕਵੇ ਵੀ ਜੇ ਜ਼ਹਿਰੀਲੇ ਸਾਨੂੰ ਫਲ ਮਿਲੇ ਨੇ, ਮਾੜੇ ਕਰਮ ਮਿਲੇ ਨੇ, ਇਹ ਦਾਤੇ ਦੇ ਦਿੱਤੇ ਹੋਏ ਨੇ। ਹੋ ਸਕਦਾ ਨਾਸਤਕ ਮਨੁੱਖ ਦੇ ਮਨ ਵਿੱਚ ਇਹ ਸਵਾਲ ਪੈਦਾ ਹੋ ਜਾਏ। ਪਰ ਦੱਦਾ ਦੋਸ਼ ਨਾ ਦੇਹੋ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਸਤਿਗੁਰੂ ਕਿਰਪਾ ਕਰਦੇ ਨੇ, ਭਲਿਆ ਜੋ ਕੁਝ ਵੀ ਤੇਰੇ ਜੀਵਨ ਵਿੱਚ ਚੰਗਿਆਈ ਜਾਂ ਬੁਰਿਆਈ ਆ ਰਹੀ ਹੈ, ਅੰਮ੍ਰਿਤ ਵਰਗੇ ਫਲ ਜਾਂ ਜ਼ਹਿਰ ਵਰਗੇ ਫਲ ਲੱਗ ਰਹੇ ਨੇ, ਇਹ ਤੇਰੇ ਆਪਣੇ ਕਰਮਾਂ ਕਰਕੇ ਲੱਗ ਰਹੇ ਨੇ। ਪਰਮੇਸ਼ਰ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਬੇਸ਼ੱਕ ਫਲ ਪਰਮੇਸ਼ਰ ਦੇ ਹੁਕਮ ਨਾਲ ਲੱਗ ਰਹੇ ਨੇ, ਪਰ ਪਰਮੇਸ਼ਰ ਉਹੀ ਹੁਕਮ ਕਰਦੇ ਨੇ ਜੋ ਤੇਰੇ ਕਰਮ ਨੇ। ਕਰਮ ਅਸੀਂ ਵਿਕਾਰ ਹੀ ਕੀਤੇ ਨੇ। ਬੀਜੈ ਬਿਖ ਮੰਗਹਿ ਅੰਮ੍ਰਿਤ, ਇਹ ਨਹੀਂ ਹੋਣਾ। ਇਹ ਰੱਬ ਦੇ ਘਰ ਵਿੱਚ ਨਹੀਂ ਹੋਣਾ। ਹੋ ਸਕਦਾ ਦੁਨਿਆਵੀ ਘਰ ਦੇ ਵਿੱਚ ਹੋ ਜਾਏ, ਮਾੜੇ ਕਰਮ ਕਰਕੇ ਲਾਹਾ ਲੈ ਲਈਏ, ਪਰ ਸਤਿਗੁਰੂ ਕਹਿੰਦੇ ਨੇ ਇਹ ਸੱਚੀ ਦਰਗਾਹ ਦੇ ਵਿੱਚ ਨਹੀਂ ਇਹ ਹੋਣਾ। ਜੇ ਜ਼ਹਿਰ ਬੀਜੇਗਾ ਤਾਂ ਜ਼ਹਿਰ ਹੀ ਮਿਲਣਾ, ਦੇਣਾ ਮਾਲਕ ਨੇ ਹੈ। ਮਹੱਲਾ ਦੂਜਾ। ਨਾਨਕ ਦੁਨੀਆ ਕੀਆਂ ਵਡਿਆਈਆਂ, ਅੱਗੀ ਸੇਤੀ ਜਾ।
ਅਵਸਥਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸਮਝਾਈ ਹੈ। ਦੂਸਰਾ ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਉਹ ਕਿਰਪਾ ਕਰਦੇ ਨੇ, ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਕਹਿੰਦੇ ਨੇ ਆ ਜਿਹੜੀਆਂ ਦੁਨਿਆਵੀ ਵਡਿਆਈਆਂ ਨੇ, ਦੇਖੋ ਮਨੁੱਖ ਹਰ ਕਰਮ ਦੁਨਿਆਵੀ ਵਡਿਆਈ ਲੈਣ ਵਾਸਤੇ ਕਰਦਾ। ਪਰਮੇਸ਼ਰ ਪ੍ਰਸੰਨ ਹੋਵੇ ਤੇ ਭਾਵੇਂ ਨਾ ਹੋਵੇ, ਦੁਨੀਆ ਖੁਸ਼ ਹੋ ਜਾਏ। ਸਤਿਗੁਰੂ ਮੈਨੂੰ ਚੰਗਾ ਕਵੇ ਤੇ ਭਾਵੇਂ ਨਾ ਕਵੇ, ਦੁਨੀਆ ਦੇ ਲੋਕ ਮੈਨੂੰ ਚੰਗਾ ਕਹਿਣ। ਇਹ ਹਰ ਮਨੁੱਖ ਦੇ ਅੰਦਰ ਭਾਵਨਾ ਹੁੰਦੀ। ਪਰ ਮੇਰੇ ਸ਼ਹਿਨशाह ਕਹਿੰਦੇ ਨੇ, ਤੇਰੀ ਅੰਦਰ ਦੀ ਭਾਵਨਾ ਕੈਸੀ ਹੋਣੀ ਚਾਹੀਦੀ ਏ? ਤੇਰੀ ਅੰਦਰ ਦੀ ਅਵਸਥਾ ਇਹ ਹੋਣੀ ਚਾਹੀਦੀ ਏ, ਨਾਨਕ ਦੁਨੀਆ ਕੀਆਂ ਵਡਿਆਈਆਂ। ਆ ਜਿਹੜੀ ਦੁਨਿਆਵੀ ਵਡਿਆਈਆਂ ਨੇ ਨਾ, ਸਤਿਗੁਰੂ ਕਹਿੰਦੇ ਨੇ ਅੱਗੀ ਸੇਤੀ ਜਾਲ, ਇਹਨਾਂ ਨੂੰ ਅੱਗ ਦੇ ਵਿੱਚ ਸਾੜ ਦੇ। ਮੈਨੂੰ ਦੁਨਿਆਵੀ ਵਡਿਆਈਆਂ ਨਹੀਂ ਚਾਹੀਦੀਆਂ। ਕਿਉਂ? ਇੰਨੀ ਜਲਨੀ ਨਾਮ ਵਿਸਾਰਿਆ, ਇੱਕ ਨ ਚੱਲੀਆਂ ਨਾਲ। ਕਹਿੰਦੇ ਨੇ ਇਹ ਜਿਹੜੀਆਂ ਦੁਨਿਆਵੀ ਵਡਿਆਈਆਂ ਨੇ ਨਾ, ਇਹਨਾਂ ਵਡਿਆਈਆਂ ਦੇ ਵਿੱਚ ਪੈ ਕੇ ਮਨੁੱਖ ਨਾਮ ਨੂੰ ਵਿਸਾਰ ਬੈਂਦਾ ਹੈ। ਜਦੋਂ ਦੁਨਿਆਵੀ ਬਹੁਤੀ ਵਡਿਆਈ ਹੋਣ ਲੱਗ ਜਾਂਦੀ ਹੈ, ਫਿਰ ਮਨੁੱਖ ਹੰਕਾਰ ਦੇ ਗ੍ਰਿਫਤ ਵਿੱਚ ਆ ਜਾਂਦਾ ਹੈ, ਉਹ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੰਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਐਸੀਆਂ ਵਡਿਆਈਆਂ ਸੜ ਜਾਣ, ਅੱਗੀ ਸੇਤੀ ਜਾਲ, ਮੈਂ ਅੱਗ ਵਿੱਚ ਸਾੜ ਕੇ ਸੁਆਹ ਕਰ ਦਿਆਂ, ਜਿਨ੍ਹਾਂ ਵਡਿਆਈਆਂ ਦੇ ਕਰਕੇ ਤੇਰਾ ਨਾਮ ਵਿਸਰ ਜਾਏ। ਇਹ ਜਿਹੜੀਆਂ ਦੁਨਿਆਵੀ ਵਡਿਆਈਆਂ ਨੇ, ਸਤਿਗੁਰੂ ਕਹਿੰਦੇ ਨੇ ਇੱਕ ਨਾ ਚੱਲੀਆਂ ਨਾਲ, ਇੱਕ ਵੀ ਨਾਲ ਨਹੀਂ ਜਾਣੇ। ਲੱਖ ਤੋਂ ਦੁਨੀਆ ਦੀਆਂ ਵਡਿਆਈਆਂ ਇਕੱਠੀਆਂ ਕਰਦਾ ਫਿਰ, ਇਹ ਤੇਰੇ ਨਾਲ ਨਹੀਂ ਜਾਣੀਆਂ। ਨਾਲ ਤੇਰੇ ਅੰਮ੍ਰਿਤਮਈ ਨਾਮ ਪਾਰ ਬ੍ਰਹਮ ਪਰਮੇਸ਼ਰ ਦਾ ਜਾਣਾ, ਬਸ ਹੋਰ ਨਹੀਂ ਕੁਝ ਵੀ ਜਾਣਾ। ਦੂਸਰੀ ਜਿਹੜੀ ਅਵਸਥਾ ਹੈ ਨਾਲ ਜਾਣੀ ਹੈ, ਉਹ ਹੈ ਬੁਰਾਈਆਂ। ਪਹਿਲਾ ਪਰਮੇਸ਼ਰ ਦਾ ਨਾਮ ਸ੍ਰੀ ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਆ ਨਾ, ਸ਼ਲੋਕ ਵਿੱਚ ਚੰਗਿਆਈਆਂ ਬੁਰਾਈਆਂ ਵਾਚ, ਬਸ ਦੋ ਪਦਾਰਥ ਨੇ ਦੁਨੀਆ ਦੇ ਵਿੱਚ। ਚਾਹੇ ਚੰਗਿਆਈਆਂ ਦੀਆਂ ਪੰਡਾਂ ਬੰਨ੍ਹ ਕੇ ਲੈ ਜਾ ਤੇ ਚਾਹੇ ਬੁਰਾਈਆਂ ਦੀਆਂ ਬੰਨ੍ਹ ਕੇ ਲੈ ਜਾ, ਇਹ ਦੋਨਾਂ ਦਾ ਹੀ ਹਿਸਾਬ ਹੋਣਾ, ਲੇਖਾ ਜੋਖਾ ਹੋਣਾ। ਨਾ ਤੇਰਾ ਕਿਸੇ ਨੇ ਧਰਮ ਪੁੱਛਣਾ, ਨਾ ਤੇਰੀ ਦੁਨਿਆਵੀ ਕਿਸੇ ਨੇ ਵਡਿਆਈ ਪੁੱਛਣੀ ਹੈ, ਨਾ ਕਿੰਨਾ ਤੂੰ ਦੌਲਤਮੰਦ ਸੀ, ਕਿੰਨਾ ਅਮੀਰ ਸੀ, ਇਹ ਵੀ ਨਹੀਂ ਪੁੱਛਣਾ। ਸੱਚੇ ਪਾਤਸ਼ਾਹ ਕਹਿੰਦੇ ਨੇ ਤੈਨੂੰ ਕਿਸੇ ਨੇ ਇਹ ਵੀ ਨਹੀਂ ਪੁੱਛਣਾ ਕਿ ਦੁਨੀਆ ਵਿੱਚ ਤੇਰੀ ਵਡਿਆਈ ਕਿੰਨੀ ਸੀ। ਪਾਤਸ਼ਾਹ ਕਹਿੰਦੇ ਦੁਨਿਆਵੀ ਵਡਿਆਈ ਤੇ ਮੈਂ ਅੱਗ ਵਿੱਚ ਸਾੜਦੇ ਆ। ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ, ਇੱਕ ਨਾ ਚੱਲੀਆਂ ਨਾਲ, ਇੱਕ ਵੀ ਨਾਲ ਨਹੀਂ ਜਾਣੇ। ਫਿਰ ਪੌੜੀ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਪੌੜੀ ਸਿਰ ਸਿਰ ਹੋਏ ਨਿਬੇੜ, ਹੁਕਮ ਚਲਾਇਆ। ਉਸ ਦਰਗਾਹ ਦੇ ਵਿੱਚ ਨਿਬੇੜਾ ਜਿਹੜਾ ਹੋਣਾ ਨਾ, ਹਰ ਇੱਕ ਦੇ ਉੱਪਰ ਹੋਣਾ, ਸਿਰ ਸਿਰ। ਇਹ ਨਹੀਂ ਕਿਸੇ ਦਾ ਕੋਈ ਲੇਖਾ ਕੀਤਾ ਹੋਇਆ ਕਿਸੇ ਦੂਸਰੇ ਨੇ ਨਿਬੇੜ ਦਿੱਤਾ। ਉਹ ਤੇ ਭਾਈ ਜਿਸ ਨੇ ਜੈਸਾ ਕਰਮ ਕੀਤਾ, ਸਤਿਗੁਰੂ ਕਹਿੰਦੇ ਨੇ ਹਰ ਇੱਕ ਦੇ ਆਪੋ ਆਪਣੇ ਸਿਰ ਪ੍ਰਤੀ ਹੀ ਨਿਬੇੜਨਾ ਹੈ, ਦੂਸਰੇ ਨੇ ਕਿਸੇ ਨੇ ਨਹੀਂ ਨਿਬੇੜਨਾ। ਇਸ ਵਾਸਤੇ ਕਿਸੇ ਵਾਸਤੇ ਤੂੰ ਬੇਈਮਾਨੀ ਨਾ ਕਰ, ਕਿਸੇ ਵਾਸਤੇ ਧੋਖਾ ਨਾ ਕਰ, ਕਿਸੇ ਵਾਸਤੇ ਬੁਰਾਈਆਂ ਨਾ ਕਰ, ਤੂੰ ਆਪਣੇ ਜੀਵਨ ਦਾ ਸੁਧਾਰ ਕਰ। ਤੇਰਾ ਹੱਥ ਨਿਬੇੜ ਤੂੰ ਹੈ ਮਨ ਪਾਇਆ, ਐ ਵਾਹਿਗੁਰੂ ਤੇਰੇ ਹੱਥ ਨਿਬੇੜਾ ਹੈ। ਇਹ ਸੁਮਤ ਮਿਲੀ ਹੈ ਤੇਰੇ ਦਰਬਾਰ ਦੇ ਵਿੱਚੋਂ, ਤੇਰੇ ਹੱਥ ਨਿਬੇੜਾ। ਇਸ ਵਾਸਤੇ ਸੱਚਿਆ ਪਾਤਸ਼ਾਹ ਮੈਨੂੰ ਤੇਰਾ ਨਾਮ ਮੇਰੇ ਹਿਰਦੇ ਨੂੰ ਭਾ ਗਿਆ ਹੈ, ਚੰਗਾ ਲੱਗ ਗਿਆ। ਜਿਨ੍ਹਾਂ ਨੂੰ ਸਮਝ ਆ ਗਈ ਨਾ ਕਿ ਮਹਾਂਪੁਰਖਾਂ ਦੀ ਸੰਗਤ, ਉੱਤਮ ਪੁਰਸ਼ਾਂ ਦੀ ਸੰਗਤ ਹੀ ਦਰਗਾਹ ਦੇ ਵਿੱਚ ਸੱਚੀ ਸੰਗੀ ਤੇ ਸੱਚਾ ਸਹਾਈ ਏ, ਉਹਨਾਂ ਨੇ ਸੱਚਿਆਂ ਨਾਲ ਪ੍ਰੀਤ ਪਾ ਲਈ, ਤੇ ਜਿਨ੍ਹਾਂ ਨੂੰ ਨਹੀਂ ਸਮਝ ਉਹਨਾਂ ਨੇ ਝੂਠਿਆਂ ਦੇ ਨਾਲ ਪ੍ਰੀਤ ਪਾ ਲਈ। ਕਾਲ ਚਲਾਏ ਬੰਨ ਕੋਈ ਨਾ ਰੱਖਸੇ। ਹੁਣ ਸੱਚੇ ਪਾਤਸ਼ਾਹ ਨੇ ਦੇਖੋ ਕਿੱਡਾ ਵਿਸਥਾਰ ਕੀਤਾ ਪਹਿਲੇ ਸ਼ਲੋਕ ਦਾ। ਕਹਿੰਦੇ ਜਿੱਦਣ ਤੈਨੂੰ ਕਾਲ ਨੇ ਬੰਨ ਕੇ ਲੈ ਕੇ ਜਾਣਾ, ਜਿਹੜੇ ਦੁਨੀਆ ਦੇ ਲੋਕ ਤੇਰੀ ਵਡਿਆਈ ਕਰਦੇ ਸੀ, ਜਿਨ੍ਹਾਂ ਦੀ ਵਡਿਆਈ ਦਾ ਭੁੱਖਾ ਤੂੰ ਉਹਨਾਂ ਦੇ ਪਿੱਛੇ ਪਿੱਛੇ ਦੌੜਿਆ ਫਿਰਦਾ ਸੀ,
ਸਤਿਗੁਰੂ ਕਹਿੰਦੇ ਨੇ ਕੋਏ ਨਾ ਰੱਖ ਸੀ, ਤੈਨੂੰ ਕਿਸੇ ਨੇ ਵੀ ਨਹੀਂ ਰੱਖਣਾ। ਦੁਨੀਆ ਦੀਆਂ ਵਡਿਆਈਆਂ ਚਾਹੁੰਦਾ ਸੀ, ਦੁਨਿਆਵੀ ਵਡਿਆਈ ਕਰਨ ਵਾਲੇ ਨੇ ਕਿਸੇ ਨੇ ਵੀ ਤੇਰੀ ਬਾਹ ਨਹੀਂ ਫੜਨੀ। ਜਰ ਜਰਵਾਣਾ ਕੰਨ ਚੜਿਆ ਨੱਚ ਸੀ, ਤੇ ਬਹੁਤ ਬਲਸ਼ਾਲੀ ਬੁਢੇਪਾ ਤੈਨੂੰ ਮੋਢਿਆਂ ਤੋਂ ਫੜ ਲਏਗਾ, ਤੇਰੇ ਮੋਢਿਆਂ ਤੇ ਚੜ ਕੇ ਨੱਚ ਸੀ ਨੱਚੇਗਾ, ਕਾਲ ਬਣ ਕੇ ਉਹ ਚਲਾਣੇ ਵਾਸਤੇ ਤੈਨੂੰ ਪ੍ਰੇਰੇਗਾ, ਉੱਥੇ ਤੈਨੂੰ ਕਿਸੇ ਨੇ ਨਹੀਂ ਰੱਖਣਾ। ਅੱਜ ਦੇਖੋ ਬਹੁਤ ਵਾਰ ਨਾ ਐਸਾ ਹੁੰਦਾ ਹੈ, ਮੇਰਾ ਕੋਈ ਫਲਾਣਾ ਨਜ਼ਦੀਕੀ ਨਾਰਾਜ਼ ਨਾ ਹੋ ਜਾਏ, ਦੁਨੀਆ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਆਪਾਂ ਸਤ ਸੰਗਤ ਵਿੱਚ ਆਉਣਾ ਹੋਵੇ ਨਾ, ਸਤ ਸੰਗਤ, ਘਰ ਦੇ ਵਿੱਚ ਕੋਈ ਮਹਿਮਾਨ ਆ ਜਾਏ, ਕੋਈ ਸੰਗੀ ਸਾਥੀ ਆ ਜਾਏ, ਆਪਾਂ ਉਹਦੇ ਵਾਸਤੇ ਸਤ ਸੰਗਤ ਨੂੰ ਵੀ ਤਿਆਗ ਦਿੰਨੇ, ਅੱਜ ਰਹਿਣ ਦਿੰਨੇ ਆ ਸਤ ਸੰਗਤ ਵਿੱਚ ਜਾਣ ਨੂੰ। ਉਸ ਨੂੰ ਖੁਸ਼ ਕਰਨਾ ਹੈ, ਜਿਹਨੇ ਸਾਡੇ ਨਾਲ ਨਹੀਂ ਜਾਣਾ ਉਹਨੂੰ ਖੁਸ਼ ਕਰਨਾ ਹੈ, ਪਰ ਜਿਹਨੇ ਨਾਲ ਜਾਣਾ ਹੈ ਨਾ, ਉਹਨੂੰ ਆਪਾਂ ਉਹਦੇ ਤੋਂ ਬੇਮੁਖ ਹੋ ਜਾਂਦੇ। ਤਾਂ ਹੀ ਕਬੀਰ ਜੀ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਈ, ਪਾਛੇ ਪਾਉ ਨਾ ਦੀਜੀਐ, ਆਗੈ ਨਾ ਕਰ। ਪਤਾ ਨਹੀਂ ਜਿਹਦੀ ਤੂੰ ਉਡੀਕ ਕਰਦਾ ਉਹ ਤੈਨੂੰ ਵੀ ਸਤ ਸੰਗਤ ਦੇ ਵਿੱਚੋਂ ਰੱਖ ਲੈ। ਹੋ ਸਕਦਾ ਹੈ ਉਹ ਤੈਨੂੰ ਵੀ ਸਤ ਸੰਗਤ ਦੇ ਵਿੱਚੋਂ ਗੈਰ ਹਾਜ਼ਰ ਕਰ ਦੇ। ਤੋ ਪਾਤਸ਼ਾਹ ਕਿਰਪਾ ਕਰਦੇ ਨੇ, ਜਰ ਜਰਵਾਣਾ ਕੰਨ ਚੜਿਆ ਨੱਚ ਸੀ। ਜਦੋਂ ਕਾਲ ਨੇ ਨੱਚਣਾ ਸਾਡੇ ਮੋਢਿਆਂ ਤੇ, ਪਾਤਸ਼ਾਹ ਕਹਿੰਦੇ ਨੇ ਕਿਸੇ ਨੇ ਵੀ ਤੇਰੀ ਬਾਹ ਨਹੀਂ ਫੜਨੀ। ਸਤਿਗੁਰ ਬੋਹਿਤ ਬੇੜ ਸੱਚਾ ਰੱਖ ਸੀ। ਇਹ ਤਾਂ ਦੁਨਿਆਵੀ ਵਡਿਆਈ ਦੀ ਗੱਲ ਹੋਈ ਨਾ। ਹੁਣ ਪਾਤਸ਼ਾਹ ਕਹਿੰਦੇ ਨੇ ਮੇਰੇ ਸ਼ਹਿਨਸ਼ਾਹ ਪਾਰ ਬ੍ਰਹਮ ਪਰਮੇਸ਼ਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਦੀ ਬਾਣੀ ਤੇ ਉਹਦੇ ਸੱਚੇ ਮਹਾਂਪੁਰਖ ਸਤਿਗੁਰ ਕਿਰਪਾ ਕਰਦੇ ਨੇ। ਜਿਹੜਾ ਸੱਚਾ ਗੁਰੂ ਹੈ ਨਾ, ਬੋਹਿਤ ਕਹਿੰਦੇ ਨੇ ਜਹਾਜ਼ ਨੂੰ ਜਾਂ ਬੇੜੇ ਨੂੰ, ਕਹਿੰਦੇ ਨੇ ਸੱਚਾ ਸਤਿਗੁਰੂ ਬੇੜਾ ਬਣ ਕੇ ਤੈਨੂੰ ਰੱਖ ਲਏਗਾ। ਸਤਿਗੁਰ ਬੋਹਿਤ ਬੇੜ ਸੱਚਾ ਰੱਖ ਸੀ। ਦੁਨਿਆਵੀ ਕਿਸੇ ਨੇ ਤੇਰੀ ਬਾਹ ਨਹੀਂ ਫੜਨੀ, ਪਰ ਪਰਮੇਸ਼ਰ ਦੇ ਪਿਆਰੇ ਮਹਾਂਪੁਰਖਾਂ ਨੇ ਤੇਰੀ ਬਾਹ ਫੜ ਲੈਣੀ ਹੈ ਸੱਚੀ ਦਰਗਾਹ ਦੇ ਵਿੱਚ। ਇਹ ਨੇ ਤੇਰੇ ਸੱਚੇ ਮਿੱਤਰ, ਇਹ ਹੈ ਤੇਰਾ ਮੀਤ, ਇਹ ਹੈ ਤੇਰਾ ਸਖਾ, ਇਹ ਹੈ ਤੇਰਾ ਬੰਧਪ, ਇਹ ਹੈ ਤੇਰਾ ਭਾਈ, ਜਿਹਨੇ ਦਰਗਾਹ ਦੇ ਵਿੱਚ ਤੇਰੀ ਬਾਹ ਫੜਨੀ। ਤੋ ਸਤਿਗੁਰੂ ਕਿਰਪਾ ਕਰਦੇ ਨੇ, ਅਗਨ ਭਖੈ ਪੜਹਾੜ ਅਨੰਦਨ ਪਖ ਸੀ। ਪਰ ਇਹ ਤ੍ਰਿਸ਼ਨਾ ਰੂਪੀ ਜਿਹੜੀ ਅਗਨ ਹੈ ਨਾ, ਜਿਹਦੇ ਪਿੱਛੇ ਲੱਗ ਕੇ ਮਨੁੱਖ ਪਰਮੇਸ਼ਰ ਤੋਂ ਬੇਮੁਖ ਹੁੰਦਾ ਹੈ, ਇਹ ਪੜਹਾੜ ਭੱਠ ਦੀ ਤਰ੍ਹਾਂ ਬਹੁਤ ਭਖਦੀ ਰਹਿੰਦੀ ਹੈ, ਮਨੁੱਖ ਨੂੰ ਖਾਂਦੀ ਏ। ਨਰਕਾਂ ਦੀ ਬੜੀ ਭਿਆਨਕ ਅਗਨ ਤਪਦੀ ਹੈ, ਤੋ ਜੀਵ ਨੂੰ ਬੜਾ ਭਿਆਨਕ ਦੁੱਖ ਦਿੰਦੀ ਹੈ। ਸਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਮਨੁੱਖ ਅਜੇ ਵੀ ਸਮਾਂ ਹੈ। ਦੁਨਿਆਵੀ ਉਪਮਾ, ਦੁਨਿਆਵੀ ਵਡਿਆਈ ਦਾ ਖਹਿੜਾ ਛੱਡ, ਸੱਚੀ ਦਰਗਾਹ ਦੇ ਵਿੱਚ ਹਾਜ਼ਰੀ ਲਵਾ ਕੇ ਜੀਵਨ ਦੀਆਂ ਘੜੀਆਂ ਕਿਧਰੇ ਸਫਲੀਆਂ ਕਰ ਲੈ। ਫਾਥਾ ਚੁਗੈ ਚੋਗ ਹੁਕਮੇ ਛੁੱਟ ਸੀ। ਬੰਨਿਆ ਹੋਇਆ, ਫਾਥਾ ਜਾਂ ਫਸਿਆ ਹੋਇਆ। ਆਪਾਂ ਸਾਰੇ ਕਰਮਾਂ ਦੇ ਬੰਨੇ ਹੋਏ ਆ। ਪਿਛਲੇ ਸਮਿਆਂ ਦੇ ਵਿੱਚ, ਜਨਮਾਂ ਵਿੱਚ ਪਤਾ ਨਹੀਂ ਕੈਸੇ ਕੈਸੇ ਕਰਮ ਕੀਤੇ ਨੇ। ਜੈਸਾ ਜੈਸਾ ਕਰਮ ਕੀਤਾ ਵੈਸਾ ਵੈਸਾ ਸਾਨੂੰ ਵੀ ਤੇ ਜੀਵਨ ਜੋ ਹੈ ਨਿਰਵਾਹ ਕਰਨਾ ਪੈਂਦਾ ਹੈ। ਸਤਿਗੁਰੂ ਕਹਿੰਦੇ ਨੇ, ਤੂੰ ਹੁਕਮ ਦੇ ਵਿੱਚ ਬੰਨਿਆ ਹੋਇਆ, ਫਸਿਆ ਹੋਇਆ, ਚੋਗ ਚੁਗ ਰਿਹਾ ਹੈ, ਤੇ ਛੁੱਟੇਗਾ ਕਿਵੇਂ? ਹੁਕਮੀ ਛੁੱਟ ਸੀ। ਪਰਮੇਸ਼ਰ ਦੇ ਹੁਕਮ ਦੇ ਦਾਇਰੇ ਵਿੱਚ ਜਦੋਂ ਆਵੇਂਗਾ ਨਾ, ਫੇਰ ਤੇਰਾ ਛੁਟਕਾਰਾ ਹੋ ਜਾਏਗਾ। ਨਹੀਂ ਤਾਂ ਬੰਧਨਾਂ ਵਿੱਚ ਹੋਰ ਵੱਜਦਾ ਜਾਏਗਾ, ਹੋਰ ਜਕੜਦਾ ਜਾਏਗਾ। ਕਰਤਾ ਕਰੇ ਸੋਗ ਕੂੜ ਨਿਖੁੱਟ ਸੇ। ਕਹਿੰਦੇ ਨੇ ਕਰਤਾ ਪੁਰਖ ਪਾਰ ਬ੍ਰਹਮ ਪਰਮੇਸ਼ਰ ਜੋ ਕਰੇਗਾ ਉਹੀ ਹੋਣਾ। ਅੰਤ ਨੂੰ ਕੂੜ ਮੁੱਕ ਜਾਏਗਾ, ਉਹ ਤੋਂ ਛੁਟਕਾਰਾ ਹੋ ਜਾਏਗਾ।
ਭਾਵ ਕਿ ਕੂੜ ਦਾ ਪਾਜ ਉਗੜ ਜਾਏਗਾ। ਕਿਉਂਕਿ ਸੱਚੀ ਜੇ ਦਰਗਾਹ ਹੈ ਨਾ ਤੇ ਉੱਥੇ ਸੱਚੋ ਹੀ ਸੱਚ ਨਿਬੇੜਾ ਵੀ ਆਉਣਾ ਹੈ। ਤਾਂ ਪਾਤਸ਼ਾਹ ਕਹਿੰਦੇ ਨੇ, ਐ ਭਲਿਆ ਦੁਨਿਆਵੀ ਵਡਿਆਈਆਂ ਨੂੰ ਛੱਡ ਦੇ, ਸੱਚੀ ਦਰਗਾਹ ਦੇ ਵਿੱਚ ਆਪਣਾ ਥਾਂ ਮੱਲ ਜਾ ਕੇ ਸਤ ਸੰਗਤ ਵਿੱਚ ਬੈਠ ਲਾਹਾ ਪ੍ਰਾਪਤ ਕਰ, ਤਾਂ ਕਿ ਤੇਰੇ ਜੀਵਨ ਦਾ ਉਧਾਰ ਹੋ ਸਕੇ। ਤੋ ਪਾਤਸ਼ਾਹ ਕਿਰਪਾ ਕਰਦੇ ਨੇ। ਸ਼ਲੋਕ ਮਹੱਲਾ ਪਹਿਲਾ। ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੋ ਜਾਣ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਘਰ ਮੈਂ ਘਰ ਦਿਖਾਏ ਦੇ। ਹੁਣ ਘਰ ਦੇ ਵਿੱਚ ਘਰ, ਇਹ ਜਿਹੜਾ ਸਰੀਰ ਹੈ ਨਾ, ਇਹ ਆਤਮਾ ਰੂਪੀ ਜੀਵ ਦਾ ਘਰ ਹੈ, ਜਿੱਥੇ ਇਹਨੇ ਟਿਕਾਣਾ ਕੀਤਾ ਹੋਇਆ। ਇਹ ਆਤਮਾ ਦਾ ਘਰ। ਕਹਿੰਦੇ ਇਸ ਘਰ ਦੇ ਵਿੱਚ ਦਸਵੇਂ ਦਵਾਰ ਦਾ ਹੀ ਤੈਨੂੰ ਪਹਿਚਾਨ ਕਰਵਾ ਦੇਵੇ, ਉਹ ਤੇਰਾ ਸਿਆਣਾ ਗੁਰੂ ਹੈ, ਜਿਹੜਾ ਤੈਨੂੰ ਤੇਰੀ ਅਵਸਥਾ ਦੀ ਪਹਿਚਾਨ ਕਰਾ ਦੇ। ਤੂੰ ਹੈ ਕੀ, ਤੂੰ ਕਾਹਦੇ ਵਾਸਤੇ ਸੰਸਾਰ ਵਿੱਚ ਆਇਆ ਹੈ, ਤੇਰਾ ਜਨਮ ਕਿਉਂ ਹੋਇਆ, ਤੈਨੂੰ ਮਨੁੱਖਾ ਸਰੀਰ ਕਿਉਂ ਮਿਲਿਆ। ਭਗਤ ਕਬੀਰ ਜੀ ਨੇ ਬਾਣੀ ਵਿੱਚ ਬੜਾ ਸੋਹਣੀ ਉਹਨਾਂ ਨੇ ਸਾਨੂੰ ਸਮਝਾਇਆ। ਕਹਿੰਦੇ ਨੇ, ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜਿਉ ਪਾਇਆ। ਐ ਵਾਹਿਗੁਰੂ, ਮੈਂ ਤੇਰੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦਾ ਹਾਂ। ਗੁਰ ਚਰਨ ਲਾਗ ਹਮ ਬਿਨਵਤਾ। ਐ ਵਾਹਿਗੁਰੂ, ਤੇਰੇ ਚਰਨਾਂ ਦੇ ਵਿੱਚ ਮੈਂ ਇੱਕ ਬੇਨਤੀ ਕਰਦਾ ਹਾਂ। ਉਹ ਬੇਨਤੀ ਕਿਹੜੀ ਹੈ? ਪੂਛਤ ਕਹਿ ਜਿਉ ਪਾਇਆ। ਮੈਂ ਪੁੱਛਦਾ ਹਾਂ ਸੱਚਿਆ ਪਾਤਸ਼ਾਹ, ਆ ਜਿਹੜਾ ਜੀਵਨ ਹੈ ਮੈਂ ਕਿਉਂ ਪਾਇਆ? ਮੈਨੂੰ ਮਨੁੱਖਾ ਦੇਹੀ ਕਿਉਂ ਮਿਲੀ ਹੈ? 84 ਲੱਖ ਜੋਨੀਆਂ ਦੇ ਵਿੱਚੋਂ ਸਰਵ ਸ੍ਰੇਸ਼ਟ ਜੋਨੀ ਮੈਨੂੰ ਕਿਉਂ ਮਿਲੀ ਹੈ? ਔਰ ਜਿੱਦਣ ਤੈਨੂੰ ਸੱਚਾ ਗੁਰੂ ਮਿਲ ਗਿਆ, ਉਹ ਘਰ ਮੈਂ ਘਰ ਦਿਖਾਏ ਦੇ, ਉਹ ਤੈਨੂੰ ਤੇਰੇ ਅੰਦਰੋਂ ਹੀ ਸੋਝੀ ਬਖਸ਼ ਦੇਗਾ ਵੀ ਤੇਰਾ ਦੁਨੀਆ ਦੇ ਵਿੱਚ ਆਉਣਾ ਕਿਉਂ ਹੋਇਆ, ਤੂੰ ਲਾਹਾ ਕੀ ਖੱਟਣਾ ਹੈ, ਤੂੰ ਕਮਾਈ ਇੱਥੇ ਦੁਨੀਆ ਵਿੱਚ ਆ ਕੇ ਕੀ ਕਰਨੀ। ਤੋ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ, ਪੰਚ ਸ਼ਬਦ ਧੁਨ ਕਾਰ ਧੁਨ, ਤਹ ਬਾਜੈ ਸ਼ਬਦ ਨਿਸ਼ਾਨ। ਕਹਿੰਦੇ ਨੇ ਇਸ ਮਨੁੱਖ ਦੇ ਅੰਦਰ ਜਿਹੜੇ ਅਨਹਦ ਨਾਦ ਵੱਜਦੇ ਨੇ, ਧੁਨੀ ਅੰਦਰੋਂ ਪੈਦਾ ਹੁੰਦੀ ਹੈ। ਦਸਮ ਦਵਾਰ ਦੇ ਵਿੱਚ ਜਿਹੜੀ ਆਵਾਜ਼ ਪੈਦਾ ਹੋ ਰਹੀ ਹੈ, ਜਿਹੜੇ ਸ਼ਬਦ ਹੈ, ਜਿਹੜਾ ਨਾਦ ਹੈ, ਉਹ ਜਦੋਂ ਪ੍ਰਗਟ ਹੁੰਦਾ ਹੈ ਸੱਚੇ ਦੀ ਬਖਸ਼ੀ ਸਮਤ ਦੇ ਨਾਲ, ਜਦੋਂ ਸਾਨੂੰ ਸਮਝ ਆਉਂਦੀ ਹੈ, ਉਹਦੇ ਰਸ ਦੇ ਵਿੱਚ ਮਨੁੱਖ ਐਸਾ ਆਨੰਦ ਧੁੰਦਾ ਹੈ, ਦੁਨਿਆਵੀ ਸਾਰੇ ਰਸ ਫਿੱਕੇ ਪੈ ਜਾਂਦੇ। ਨਾਦ ਹਰ ਇੱਕ ਦੇ ਅੰਦਰ ਵੱਜਦਾ ਹੈ, ਪਰ ਪਹਿਚਾਣ ਨਹੀਂ ਕਿਸੇ ਨੂੰ। ਨਾਦ ਵੱਜਦਾ ਹੈ, ਅਨਹਦ ਨਾਦ ਵੱਜਦਾ ਹੈ, ਪਰ ਸਾਨੂੰ ਸਮਝ ਨਹੀਂ। ਆ ਦੇਖੋ ਨਾ, ਅੰਮ੍ਰਿਤ ਵੇਲੇ ਗੁਰੂ ਘਰਾਂ ਵਿੱਚ ਗੁਰੂ ਕੀ ਬਾਣੀ ਦਾ ਜਾਪ ਹੁੰਦਾ ਏ, ਉਹ ਪਸ਼ੂ ਦੇ ਕੰਨ ਵਿੱਚ ਵੀ ਪੈਂਦੀ ਏ, ਉਹ ਪੰਛੀ ਦੇ ਕੰਨ ਵਿੱਚ ਵੀ ਪੈਂਦੀ ਏ, ਉਹ ਬਨਸਪਤੀ ਵੀ ਸੁਣਦੀ ਏ, ਪਰ ਸਮਝ ਨਹੀਂ ਕਿ ਇਹ ਆਵਾਜ਼ ਕੈਸੀ। ਮਨੁੱਖ ਦੇ ਕੰਨ ਵਿੱਚ ਪੈਂਦੀ ਏ, ਮਨੁੱਖ ਨੂੰ ਸਮਝ ਆਉਂਦੀ ਏ ਇਹ ਗੁਰੂ ਕੀ ਬਾਣੀ ਦਾ ਜਾਪ ਹੋ ਰਿਹਾ, ਇਹ ਕੀਰਤਨ ਹੋ ਰਿਹਾ ਹੈ, ਇਹ ਕਥਾ ਹੋ ਰਹੀ ਏ, ਇਹ ਵਿਚਾਰ ਹੋ ਰਹੀ ਏ, ਇਹ ਨਾਦ ਚੰਗਾ ਹੈ ਜਾਂ ਮਾੜਾ ਹੈ, ਸਮਝ ਹੈ ਨਾ। ਇਸੇ ਤਰ੍ਹਾਂ ਜਦੋਂ ਮਨੁੱਖ ਦੀ ਅੰਦਰ ਦੀ ਸਮਝ ਪੈਦਾ ਹੋ ਗਈ, ਭਾਵ ਮਨੁੱਖ ਅੰਤਰ ਦ੍ਰਿਸ਼ਟ ਹੋ ਗਿਆ, ਉਦੋਂ ਅੰਦਰ ਦਾ ਜਿਹੜਾ ਨਾਦ ਵੱਜਦਾ ਅਨਹਦ, ਫਿਰ ਉਹ ਇਸ ਨੂੰ ਸੁਣਨਾ ਸ਼ੁਰੂ ਹੋ ਜਾਏਗਾ। ਜਦੋਂ ਮਨੁੱਖ ਬਾਹਰ ਮੁਖੀ ਹੈ, ਅੰਦਰ ਕੁਝ ਵੀ ਹੋ ਰਿਹਾ ਇਹਦੇ ਅੰਦਰ, ਇਹਨੂੰ ਕੋਈ ਪਤਾ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਨੇ, ਬਾਹਰ ਮੁਖੀ ਨਾ ਹੋ ਭਲਿਆ, ਤੂੰ ਅੰਤਰਮੁਖੀ ਹੋ। ਅੰਤਰਮੁਖੀ ਇਹ ਸੁਮਤ ਕੌਣ ਦਿੰਦਾ ਹੈ? ਇਹ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਬਖਸ਼ਿਸ਼ ਕਰਦੇ ਆ, ਇੱਥੋਂ ਮਿਲਦੇ ਆ ਇਹ ਸੁਮਤ।
ਦੀਪ ਲੋ ਪਾਤਾਲ ਤੈ ਨਵ ਤੈ ਖੰਡ ਮੰਡਲ ਹੈਰਾਨ। ਸਤਿਗੁਰ ਕਿਰਪਾ ਕਰਦੇ ਨੇ, ਜਿੰਨੇ ਵੀ ਦੀਪ ਨੇ, ਜਿੰਨੇ ਲੋ ਪਤਾਲ ਖੰਡ ਮੰਡਲ ਅਸਚਰਜ, ਜਿੱਥੇ ਵੀ ਦੇਖਦਾ ਹਾਂ ਬੜਾ ਵੱਡਾ ਅਸਚਰਜ ਭਰਿਆ ਕੌਤਕ ਵਰਤ ਰਿਹਾ ਹਰ ਥਾਂ ਤੇ। ਤਾਰ ਘੋਰ ਬਾਜਿੰਤਰ ਤਹ ਸਾਚ ਤਖਤ ਸੁਲਤਾਨ। ਇਹਨਾਂ ਵੱਡਿਆਂ ਸਥਾਨਾਂ ਦੇ ਵਿੱਚ ਤੂੰ ਆਪ ਬੈਠਾ ਦੇਖਦਾ, ਵੱਡੇ ਨਾਮ ਦੀ ਤਾਰ ਜਿਹੜੀ ਹੈ ਲੈ ਕੇ ਤੂੰ ਵਜਾ ਰਿਹਾ ਹੈ ਅਨਹਦ ਦਾ ਨਾਦ। ਤੂੰ ਸੁਲਤਾਨ ਹੈ, ਪਰਮੇਸ਼ਰ ਹੈ, ਪਾਤਸ਼ਾਹ ਹੈ, ਔਰ ਇਹਦੇ ਵਿੱਚ ਹੀ ਤੇਰਾ ਸੱਚਾ ਤਖਤ ਹੈ। ਵਿੱਚ ਬੈਠ ਕੇ ਤੂੰ ਸਭ ਦੇ ਮਨ ਦੀ ਜੋ ਹੈ ਨਾਦ ਉਹ ਵੀ ਸੁਣਦਾ ਹੈ, ਅਨਹਦ ਨਾਦ ਵੀ ਵਜਾ ਰਿਹਾ ਹੈ। ਜਿਸ ਨੂੰ ਸਮਝ ਆ ਗਈ ਉਸ ਨੂੰ ਅਨੰਤ ਅਸਚਰਜ ਤੂੰ ਰਸ ਵੀ ਬਖਸ਼ਿਸ਼ ਕਰ ਰਿਹਾ। ਤੋ ਸਤਿਗੁਰੂ ਕਿਰਪਾ ਕਰਦੇ ਨੇ, ਸੁਖ ਮਨ ਕੈ ਘਰ ਰਾਗ ਸੁਨ, ਸੁਨ ਮੰਡਲ ਲਿਵਲਾਏ। ਸਤਿਗੁਰੂ ਕਿਰਪਾ ਕਰਦੇ ਨੇ, ਸੁਖ ਮਨ ਸੁਰ ਦੇ ਘਰ ਅਰਥਾਤ 10ਵੇਂ ਦਵਾਰ ਦੇ ਵਿੱਚ ਯੋਗ ਕਰਨ ਵਾਲਾ, ਸਾਧਨਾ ਕਰਨ ਵਾਲਾ, ਉਹ ਰਾਗ ਸੁਣ ਲੈਂਦਾ, ਅਨਹਦ ਨਾਦ ਸੁਣ ਲੈਂਦਾ। ਸੁਖ ਮਨ ਕੈ ਘਰ ਰਾਗ ਸੁਨ, ਸੁਨ ਮੰਡਲ ਲਿਵ ਲਾਇਆ। ਸੁਨ ਮੰਡਲ ਜਦੋਂ 10ਵੇਂ ਦਵਾਰ ਦੇ ਵਿੱਚ ਮਨੁੱਖ ਪਹੁੰਚ ਜਾਂਦਾ ਹੈ ਨਾ, ਜਿਵੇਂ ਆਪਾਂ ਕਹਿ ਲਈਏ ਸਧਾਰਨ ਜੀ ਭਾਸ਼ਾ ਵਿੱਚ ਸਰੀਰ ਸੁੰਨ ਹੋ ਜਾਂਦਾ, ਸਰੀਰ ਦੀ ਉਹਨੂੰ ਸਮਝ ਨਹੀਂ ਰਹਿੰਦੀ। ਸਤ ਸਿੰਘ ਜਦੋਂ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਹੁੰਦੇ ਨੇ ਨਾ, ਜਦੋਂ ਸੁਰਤ ਜੋੜ ਲੈਂਦੇ ਨੇ, ਉਹਨਾਂ ਦੇ ਸਰੀਰ ਨੂੰ ਕੁਝ ਵੀ ਹੁੰਦਾ ਰਵੇ ਫਿਰ ਪਤਾ ਨਹੀਂ ਲੱਗਦਾ, ਉਹ ਸੁੰਨ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ। ਉਹ 2 ਘੰਟੇ ਬੈਠੇ ਰਹਿਣ, 4, 8, 10 ਜਾਂ ਕਈ ਐਸੇ ਰਿਸ਼ੀ ਮੁਨੀ ਹੋਏ ਜਿਹੜੇ 2-2, 3-3, 4-4 ਯੁੱਗ ਵੀ ਬੈਠ ਕੇ ਉਹਨਾਂ ਨੇ ਤਪੱਸਿਆ ਕੀਤੀ। ਉਹ ਸੁੰਨ ਮੰਡਲ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਸੁੰਨ ਸਮਾਧ ਦੀ ਅਵਸਥਾ ਦੀ। ਤੋ ਸਤਿਗੁਰੂ ਕਿਰਪਾ ਕਰਦੇ, ਜਦੋਂ ਅਨਹਦ ਨਾਦ ਦੀ ਸੋਝੀ ਹੁੰਦੀ ਹੈ, ਅੰਦਰ ਦਾ ਰਸ ਆਉਣ ਲੱਗ ਜਾਂਦਾ, ਮਨੁੱਖ ਅੰਤਰ ਦ੍ਰਿਸ਼ਟ ਹੋ ਜਾਂਦਾ ਹੈ, ਅੰਤਰਮੁਖੀ ਹੋ ਜਾਂਦਾ ਹੈ। ਉਹ ਫਿਰ ਉਹ ਸੁੰਨ ਸਮਾਧ ਵਿੱਚ ਪਹੁੰਚ ਜਾਂਦਾ ਹੈ, ਉਹ ਸੁਖਮਨ ਦੇ ਵਿੱਚ ਪਹੁੰਚ ਜਾਂਦਾ ਹੈ। ਸੁੰਨ ਮੰਡਲ ਲਿਵ ਲਾਇਓ, ਐਸੀ ਲਿਵ ਲਾ ਲੈਂਦਾ, ਫਿਰ ਉਹਦੀ ਲਿਵ ਟੁੱਟਦੀ ਨਹੀਂ। ਸਰੀਰ ਨੂੰ ਨਾ ਦੁੱਖ ਹੈ ਨਾ ਭੁੱਖ ਹੈ। ਫਿਰ ਐਸਾ ਆਨੰਦ ਪਰਮੇਸ਼ਰ ਦੀ ਸੁਰਤੀ ਵਿੱਚੋਂ ਆਉਂਦਾ ਹੈ ਕਿ ਫਿਰ ਛੱਡਣ ਨੂੰ ਜੀ ਨਹੀਂ ਕਰਦਾ। ਅਕਥ ਕਥਾ ਵਿਚਾਰੀਐ ਮਨਸਾ ਮਨੈ ਸਮਾਏ। ਕਹਿੰਦੇ ਉਹਦੀ ਜਿਹੜੀ ਕਥਾ ਹੈ ਨਾ, ਉਹ ਅਕਥ ਹੈ। ਅਕਥ ਦਾ ਭਾਵ ਹੈ ਜਿਹੜੀ ਕਥਨ ਤੋਂ ਬਾਹਰ ਹੋਵੇ, ਜਿਹੜੀ ਕਥਨ ਹੀ ਨਾ ਕੀਤੀ ਜਾ ਸਕੇ। ਕਿਸੇ ਮਨੁੱਖ ਦੀ ਸਿਫਤ ਕਰਨੀ ਹੋਏ, ਬੜੇ ਬੜੇ ਸਾਡੇ ਕੋਲ ਸ਼ਬਦ ਨੇ, ਆਪਾਂ ਉਹਦੀ ਸਿਫਤ ਕਰ ਸਕਦੇ ਹਾਂ, ਪਰ ਪਰਮੇਸ਼ਰ ਦੀ ਜਿਹੜੀ ਕਥਾ ਹੈ ਨਾ, ਉਹਦੀ ਜਿਹੜੀ ਸਿਫਤ ਹੈ ਉਹ ਅਕਥ ਹੈ, ਉਹ ਕਥਨ ਨਹੀਂ ਕੀਤੀ ਜਾ ਸਕਦੀ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਮਹਿਸੂਸ ਤਾਂ ਕੀਤੀ ਜਾ ਸਕਦੀ ਹੈ, ਉਸ ਰਸ ਨੂੰ ਮਾਣਿਆ ਤਾਂ ਜਾ ਸਕਦਾ ਹੈ, ਅਨਹਦ ਨਾਦ ਦੇ ਰਸ ਨੂੰ ਮਾਣਿਆ ਤਾਂ ਜਾ ਸਕਦਾ ਹੈ, ਪਰ ਜੇ ਕਹੀਏ ਉਹਦਾ ਵਿਸਥਾਰ ਕਰ ਦਈਏ, ਉਹਨੂੰ ਕਥਨ ਕਰ ਦਈਏ, ਸਤਿਗੁਰੂ ਕਹਿੰਦੇ ਨੇ ਅਕਥ ਕਥਾ ਵਿਚਾਰੀਏ। ਉਹਦਾ ਕੀ ਵਿਚਾਰ ਕਰ ਸਕਦੇ ਹਾਂ, ਉਹ ਤਾਂ ਅਕਥ ਹੈ। ਮਨਸਾ ਮਨ ਹੈ ਸਮਾਏ, ਉਹ ਤੇ ਮਨ ਦੇ ਵਿੱਚ ਸਮਾ ਗਿਆ ਹੈ। ਉਲਟ ਕੰਬਲ ਅੰਮ੍ਰਿਤ ਭਰਿਆ, ਇਹ ਮਨ ਕਤਹੁ ਨ ਜਾਏ। ਕਹਿੰਦੇ ਨੇ ਪਵਨ ਦੇ ਬਲ ਕਰਕੇ ਕਮਲ ਉਲਟਾ ਕਰਕੇ ਅੰਮ੍ਰਿਤ ਦੇ ਵਿੱਚ ਭਰਪੂਰ ਹੋ ਗਿਆ, ਉਹਦਾ ਮਨ ਫਿਰ ਕਿਤੇ ਵੀ ਨਹੀਂ ਜਾਂਦਾ। ਕਿਉਂਕਿ ਜਿਹਦਾ ਮਨ ਅੰਤਰਮੁਖੀ ਹੋ ਗਿਆ ਨਾ, ਸਾਧ ਸੰਗਤ ਉਲਟਾ ਹੋ ਗਿਆ। ਇਹਦੇ ਕਮਲ ਦਾ ਪ੍ਰਮਾਣ ਦਿੱਤਾ, ਕਹਿੰਦੇ ਕਮਲ ਜਦੋਂ ਚਿੱਕੜ ਵਿੱਚੋਂ ਨਿਕਲਿਆ ਨਾ ਬਾਹਰ, ਪਾਣੀ ਤੋਂ ਉੱਪਰ ਜਾ ਕੇ ਖਿਲਿਆ, ਕਹਿੰਦੇ ਜਦੋਂ ਪਾਣੀ ਦੇ ਵਿੱਚ ਮੁੜ ਕੇ ਆ ਜਾਏ, ਉਹਦੀਆਂ ਪੰਖੜੀਆਂ ਬਾਹਰ ਨਹੀਂ ਖਿਲਰਦੀਆਂ, ਉਹ ਫਿਰ ਪਾਣੀ ਵਿੱਚ ਹੀ ਅੰਦਰ ਹੀ ਰਹਿ ਜਾਂਦੀਆਂ। ਪ੍ਰਮਾਣ ਜਿਹੜਾ ਮਨ ਬਾਹਰ ਮੁਖੀ ਹੋ ਗਿਆ, ਉਹ ਬਾਹਰ ਦੀ ਮਾਇਆ ਵਿੱਚ ਐਸਾ ਉਲਝ ਜਾਂਦਾ ਹੈ, ਉਹ ਪਰਮੇਸ਼ਰ ਦੇ ਦਰ ਦੇ ਘਰ ਦੀ ਤਾਂ ਪਹਿਚਾਨ ਉਹਨੂੰ ਕੀ ਹੋਣੀ ਹੈ, ਮਨੁੱਖ ਆਪਣੇ ਆਪ ਨੂੰ ਵੀ ਭੁੱਲ ਜਾਂਦਾ, ਦੁਨਿਆਵੀ ਝਮੇਲਿਆਂ ਵਿੱਚ ਐਸਾ ਫਸ ਜਾਂਦਾ ਹੈ।
ਸਤਿਗੁਰੂ ਕਿਰਪਾ ਕਰਦੇ ਨੇ ਤੂੰ ਅੰਤਰਮੁਖੀ ਹੋ, ਅੰਦਰ ਦੀ ਅਵਸਥਾ। ਉਲਟ ਕਮਲ ਅੰਮ੍ਰਿਤ ਭਰਿਆ। ਜਦੋਂ ਤੂੰ ਅੰਤਰਮੁਖੀ ਹੋਵੇਂਗਾ ਨਾ, ਤੈਨੂੰ ਆਪਣੀ ਪਹਿਚਾਨ ਹੋਵੇਗੀ। ਤੂੰ ਸਮਝੇਗਾ ਮੈਂ ਕੀ ਹਾਂ, ਮੈਂ ਕਿਉਂ ਆਇਆ ਦੁਨੀਆ ਦੇ ਵਿੱਚ, ਮੇਰੇ ਆਉਣ ਦਾ ਮਕਸਦ ਕੀ ਹੈ, ਮੇਰੀ ਪ੍ਰਾਪਤੀ ਕੀ ਹੈ। ਤੇ ਫਿਰ ਪਾਤਸ਼ਾਹ ਕਿਰਪਾ ਕਰਦੇ ਨੇ ਇਹ ਮਨ ਕਤ ਹੋ ਨਾ ਜਾਏ। ਜਦੋਂ ਤੂੰ ਅੰਤਰਮੁਖੀ ਹੋ ਗਿਆ ਤੇਰਾ ਮਨ ਕਦੇ ਵੀ ਨਹੀਂ ਭਟਕੇਗਾ। ਅੱਜ ਬਾਹਰ ਮੁਖੀ ਆ, ਨਿਤਨੇਮ ਕਰਦਿਆਂ ਹੋਇਆਂ ਵੀ ਮਨ ਭਟਕਦਾ ਹੈ, ਸਤ ਸੰਗਤ ਵਿੱਚ ਬੈਠਿਆਂ ਹੋਇਆਂ ਵੀ ਮਨ ਭਟਕਦਾ ਹੈ, ਸਿਮਰਨ ਕਰਨ ਬੈਠਿਆਂ ਹੋਇਆਂ ਵੀ ਮਨ ਭਟਕਦਾ ਹੈ, ਮਹਾਂਪੁਰਖਾਂ ਦੇ ਬਚਨ ਸੁਣਦਿਆਂ ਹੋਇਆਂ ਵੀ ਮਨ ਭਟਕਦਾ ਏ। ਕਾਰਨ ਕੀ? ਅਸੀਂ ਅਜੇ ਬਾਹਰ ਮੁਖੀ ਆ, ਅਜੇ ਅੰਤਰਮੁਖੀ ਨਹੀਂ ਹੋਏ। ਸਾਧ ਸੰਗਤ, ਜਿੰਨਾ ਬਾਹਰ ਦੇ ਰੰਗ ਤਮਾਸ਼ੇ ਅਸੀਂ ਦੇਖਦੇ ਆ ਬਾਹਰ ਦੀਆਂ ਅੱਖਾਂ ਨਾਲ, ਸਤਿਗੁਰੂ ਕਹਿੰਦੇ ਨੇ ਭਲਿਆ ਜਿੱਦਣ ਤੂੰ ਅੰਤਰਮੁਖੀ ਹੋ ਗਿਆ, ਆ ਬਾਹਰ ਦੇ ਰੰਗ ਤਮਾਸ਼ੇ ਤਾਂ ਕੁਛ ਵੀ ਨਹੀਂ, ਬਾਹਰ ਦਾ ਪਸਾਰਾ ਤਾਂ ਕੁਛ ਵੀ ਨਹੀਂ। ਪਰਮੇਸ਼ਰ ਨੇ ਜੱਡਾ ਵੱਡਾ ਪਸਾਰਾ ਅੰਦਰ ਪਸਾਰਿਆ ਹੋਇਆ ਏ। ਜਿੱਦਣ ਤੂੰ ਅੰਤਰਮੁਖੀ ਹੋ ਕੇ ਅੰਦਰ ਦੇ ਪਸਾਰੇ ਨੂੰ ਦੇਖਣ ਲੱਗ ਪਿਆ, ਬਾਹਰ ਦਾ ਪਸਾਰਾ ਤੈਨੂੰ ਤੁੱਛ ਨਜ਼ਰ ਆਉਣ ਲੱਗ ਪਿਆ। ਤੂੰ ਬਾਹਰ ਮੁਖੀ ਹੋਏਗਾ ਹੀ ਨਹੀਂ, ਫਿਰ ਤੇਰਾ ਮਨ ਨਹੀਂ ਭਟਕੇਗਾ, ਤੇਰਾ ਮਨ ਇਕਾਗਰਤਾ ਵਿੱਚ ਆ ਜਾਏਗਾ, ਤੇਰੇ ਮਨ ਵਿੱਚ ਟਿਕਾ ਆ ਜਾਏਗਾ। ਮਨ ਭਟਕਣਾ ਵਿੱਚ ਪੈਂਦਾ ਹੀ ਉਦੋਂ ਹੈ ਜਦੋਂ ਇਹ ਬਾਹਰ ਮੁਖੀ ਹੁੰਦਾ। ਅਜਪਾ ਜਾਪ ਨਾ ਵਿਸਰੈ ਆਦਿ ਜੁਗਾਦ ਸਮਾਏ। ਕਹਿੰਦੇ ਜਦੋਂ ਮਨੁੱਖ ਅੰਤਰਮੁਖੀ ਹੋ ਜਾਂਦਾ ਨਾ, ਉਦੋਂ ਅਜਪਾ ਜਾਪ ਇਹ ਵਿਸਰਦਾ ਨਹੀਂ। ਹੁਣ ਸਾਡਾ ਤਾਂ ਜਿਹੜਾ ਸਧਾਰਨ ਜਾਪ ਕਰਦਿਆਂ ਹੋਇਆਂ ਹੀ ਵਿਸਰ ਜਾਂਦਾ। ਜੇ ਆਪਾਂ ਕਿਧਰੇ ਬਹਿ ਜਾਈਏ ਵਾਹਿਗੁਰੂ 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 5-7-10 ਮਿੰਟ ਕਰੀਏ, ਉਦੋਂ ਵਿੱਚ ਕਈ ਵਾਰ ਵਿਸਰ ਜਾਂਦਾ ਵੀ ਅਸੀਂ ਜਾਪ ਵੀ ਕਰਦੇ ਸੀ, ਮਨ ਹੋਰ ਹੀ ਪਾਸੇ ਤੁਰ ਪੈਂਦਾ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਅੰਤਰਮੁਖੀ ਹੋ ਗਿਆ, ਇਹ ਫਿਰ ਤੇਰਾ ਜਾਪ ਅਜੱਪਾ ਜਾਪ, ਜਿਵੇਂ ਆਪਾਂ ਕਹਿੰਦੇ ਨੇ ਅਖੰਡ ਅਵਸਥਾ ਦੇ ਨਾਲ ਚੱਲਦਾ ਰਹੇਗਾ, ਕਦੇ ਵੀ ਇਹਦੇ ਵਿੱਚ ਵਿਗੜ ਨਹੀਂ ਪਏਗਾ। ਆਦ ਜੁਗਾਦ ਸਮਾਏ, ਜੁਗਾ ਜੁਗਾਂਤਰਾਂ ਤੱਕ ਕਦੇ ਵੀ ਤੇਰਾ ਮਨ ਫਿਰ ਜਾਪ ਤੋਂ ਦੂਰ ਨਹੀਂ ਜਾਏਗਾ। ਜਾਪ ਚੱਲਦਾ ਰਹੇਗਾ ਅਟਲ ਅਖੰਡ, ਕਿਉਂਕਿ ਇਹਦੇ ਵਿੱਚੋਂ ਫਿਰ ਐਸਾ ਰਸ ਆਏਗਾ ਛੱਡਣ ਨੂੰ ਜੀ ਨਹੀਂ ਕਰਦਾ। ਸਭ ਸਖੀਆਂ ਪੰਚੇ ਮਿਲੇ, ਗੁਰਮੁਖ ਨਿਜ ਘਰ ਵਾਸ। ਜਿੰਨੀਆਂ ਵੀ ਸਖੀਆਂ ਭਾਵ ਜਿੰਨੇ ਵੀ ਸਾਡੇ ਗਿਆਨ ਇੰਦਰੀਆਂ ਨੇ, ਇਹ ਕਹਿੰਦੇ ਨੇ ਸਾਰੀਆਂ ਮਿਲ ਜਾਂਦੀਆਂ ਨੇ ਇੱਕ ਜਗ੍ਹਾ ਤੇ। ਹੁਣ ਹੰਕਾਰ ਕਿਸੇ ਹੋਰ ਪਾਸੇ ਨੂੰ ਲਈ ਫਿਰਦਾ, ਪੰਜੇ ਵਿਕਾਰ ਅੱਡੋ ਅੱਡੀ ਕਿਸੇ ਪਾਸੋਂ ਲਈ ਫਿਰਦੇ ਨੇ, ਗਿਆਨ ਇੰਦਰੀ ਅੱਡੋ ਅੱਡੀ ਸਾਨੂੰ, ਅੱਖਾਂ ਕਿਸੇ ਪਾਸੇ ਲਈ ਫਿਰਦੀਆਂ, ਪੈਰ ਸਾਨੂੰ ਕਿਸੇ ਪਾਸੇ ਲੈ ਕੇ ਜਾਣ ਨੂੰ ਹਮੇਸ਼ਾ ਤਿਆਰ ਰਹਿੰਦੇ ਨੇ, ਦਿਮਾਗ ਸਾਡਾ ਕਿਸੇ ਹੋਰ ਪਾਸੇ ਤੁਰਿਆ ਫਿਰਦਾ। ਜਿੰਨੇ ਵੀ ਗਿਆਨ ਇੰਦਰੇ ਨੇ ਅੱਡੋ ਅੱਡੀ ਨੇ, ਪਰ ਜਦੋਂ ਅੰਤਰਮੁਖੀ ਹੋ ਗਿਆ ਤਾਂ ਸਤਿਗੁਰੂ ਕਹਿੰਦੇ ਨੇ ਇਹ ਸਾਰੀਆਂ ਸਭ ਸਖੀਆਂ ਪੰਚੇ ਮਿਲੇ, ਇਹ ਸਾਰੀਆਂ ਇਕੱਠੀਆਂ ਹੋ ਜਾਂਦੀਆਂ। ਜਦੋਂ ਇਕੱਠੀਆਂ ਹੋ ਗਈਆਂ, ਗੁਰਮੁਖ ਨਿਜ ਘਰ ਵਾਸ, ਉਦੋਂ ਨਿਜ ਘਰ ਆਪਣੇ ਅੰਦਰ ਇਹਦਾ ਵਾਸ ਹੋ ਜਾਏਗਾ। ਅੱਜ ਹਰ ਮਨੁੱਖ ਆਪਣੇ ਅੰਦਰ ਨਹੀਂ ਹੈ। ਥੋੜਾ ਜਿਹਾ ਆਪਣੇ ਅੰਦਰ ਧਿਆਨ ਮਾਰੀਏ। ਆਪਾਂ ਦੇਖੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਨੇ, ਮਹਾਂਪੁਰਖਾਂ ਦੇ ਗੋਦ ਵਿੱਚ ਬੈਠੇ ਆ। ਹੋ ਸਕਦਾ ਸਾਡਾ ਮਨ ਕਿਤੇ ਘਰ ਉਡਾਰੀਆਂ ਮਾਰਦਾ ਹੋਵੇ, ਹੋ ਸਕਦਾ ਸਾਡਾ ਮਨ ਕਾਰੋ ਵਿਹਾਰਾਂ ਵਿੱਚ ਉਡਾਰੀਆਂ ਮਾਰਦਾ ਹੋਵੇ। ਮਹਾਂਪੁਰਖਾਂ ਦੇ ਕੋਲ ਬੈਠਿਆ ਹੋਇਆਂ ਵੀ ਮਨ ਟਿਕਾ 'ਚ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠਿਆ ਹੋਇਆਂ ਵੀ ਮਨ ਟਿਕਾ 'ਚ ਨਹੀਂ ਹੈ। ਕਾਰਨ ਇਹੀ ਹੈ, ਅਜੇ ਅਸੀਂ ਬਾਹਰ ਮੁਖੀ ਹਾਂ, ਅਜੇ ਆਪਣੇ ਆਪ ਨੂੰ ਪਹਿਚਾਣਿਆ ਨਹੀਂ ਅਸੀਂ ਕੌਣ ਹਾਂ, ਸਾਨੂੰ ਮਨੁੱਖਾ ਜੀਵਨ ਕਿਉਂ ਮਿਲਿਆ ਏ। ਕਿਉਂਕਿ ਸਾਡੇ ਗਿਆਨ ਇੰਦਰੀ ਅੱਡੋ ਅੱਡੀ ਨੇ, ਸਾਡਾ ਤਨ ਤੇ ਸਾਡਾ ਮਨ ਹੀ ਇਕੱਠਾ ਨਹੀਂ ਹੋਇਆ। ਜਦੋਂ ਇੱਕ ਨਾਲ ਮਿਲਣਾ ਹੈ ਨਾ, ਸਤਿਗੁਰੂ ਕਹਿੰਦੇ ਨੇ ਐ ਮਨੁੱਖ ਪਹਿਲਾਂ ਤੂੰ ਇੱਕ ਹੋ। ਜਿੱਦਣ ਤੂੰ ਇੱਕ ਹੋ ਗਿਆ, ਸਮਝ ਲਈ ਉਦਣ ਤੇਰਾ ਇੱਕ ਦੇ ਨਾਲ ਮੇਲ ਹੋ ਜਾਏਗਾ। ਮਨੁੱਖ ਨੇ ਇੱਕ ਕਿਵੇਂ ਹੋਣਾ? ਮਨੁੱਖ ਨੇ ਇੱਕ ਹੋਣਾ ਅੱਜ ਤਨ ਜਿੱਥੇ ਬੈਠਾ ਉੱਥੇ ਤੇਰਾ ਮਨ ਵੀ ਹੋਵੇ। ਅੱਜ ਮਨ ਸਾਡਾ ਕਿਤੇ ਹੋਰ ਬੈਠਾ ਤੇ ਤਨ ਕਿਤੇ ਹੋਰ ਬੈਠਾ। ਤਨ ਗੁਰੂ ਕੀ ਸ਼ਰਨ ਵਿੱਚ ਬੈਠਾ ਏ, ਮਨ ਕਾਰੋ ਵਿਹਾਰ ਪਿਆ ਕਰਦਾ ਹੈ। ਮਨ ਘਰ ਪਰਿਵਾਰਾਂ ਵਿੱਚ ਤੁਰਿਆ ਫਿਰਦਾ ਹੈ,
ਮਨ ਸਾਡਾ ਵਪਾਰ ਕਰਦਾ ਏ, ਮਨ ਲਾਭ ਤੇ ਹਾਨ ਦੀ ਗੱਲ ਕਰਦਾ। ਇੱਥੇ ਮੇਰੀ ਹਾਨੀ ਹੋ ਰਹੀ ਹੈ ਤੇ ਮੈਨੂੰ ਲਾਭ ਹੋ ਰਿਹਾ। ਤਨ ਕਰਕੇ ਗੁਰੂ ਚਰਨਾਂ ਵਿੱਚ ਬੈਠੇ, ਪਰ ਮਨ ਕਰਕੇ ਨਹੀਂ। ਔਰ ਜਿੱਥੇ ਮਨ ਹੈ ਉੱਥੇ ਤਨ ਨਹੀਂ, ਤੇ ਜਿੱਥੇ ਤਨ ਹੈ ਉੱਥੇ ਮਨ ਨਹੀਂ। ਪਾਤਸ਼ਾਹ ਕਹਿੰਦੇ ਨੇ ਭਲਿਆ ਅਜੇ ਤੂੰ ਆਪ ਇੱਕ ਨਹੀਂ ਹੋਇਆ ਤੇ ਤੇਰਾ ਮਿਲਾਪ ਇੱਕ ਨਾਲ ਕਿਵੇਂ ਹੋ ਜਾਏਗਾ। ਪਹਿਲਾਂ ਆਪ ਇੱਕ ਹੋ। ਜਿੱਥੇ ਤੇਰਾ ਤਨ ਬੈਠਾ, ਕੋਸ਼ਿਸ਼ ਕਰ ਆਪਣੇ ਮਨ ਨੂੰ ਪ੍ਰੇਰ ਕੇ ਲਿਆ। ਨਹੀਂ ਭਾਈ, ਤੂੰ ਬਾਹਰ ਨਹੀਂ ਭਟਕਣਾ, ਮੈਂ ਇੱਥੇ ਬੈਠਾ ਹਾਂ। ਤੂੰ ਕੱਲਾ ਜਾ ਕੇ ਕਿਤੇ ਵੀ ਕੋਈ ਕੰਮ ਨਹੀਂ ਕਰ ਸਕਦਾ। ਸਾਡਾ ਕਿਧਰੇ ਕੰਮ ਵਿਗੜਦਾ ਹੋਵੇ, ਨੁਕਸਾਨ ਹੋ ਰਿਹਾ ਹੋਵੇ, ਤਨ ਇੱਥੇ ਬੈਠਾ, ਮਨ ਉੱਥੇ ਪਹੁੰਚਿਆ ਹੋਇਆ। ਮਨ ਉਸ ਕੰਮ ਨੂੰ ਸਵਾਰ ਨਹੀਂ ਸਕਦਾ। ਮਨ ਵਿਗੜਦੇ ਹੋਏ ਕੰਮ ਨੂੰ ਸਵਾਰ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਨੇ ਭਲਿਆ ਫਿਰ ਸਮਝ, ਜੇ ਤੇਰੇ ਵਿਗੜਦੇ ਹੋਏ ਕੰਮ ਨੂੰ ਤੇਰਾ ਮਨ ਸਵਾਰ ਨਹੀਂ ਸਕਦਾ, ਤੇ ਜਿਹੜੀ ਸੰਗਤ ਵਿੱਚ ਬੈਠਾ ਏ ਇਹਦਾ ਤਾਂ ਲਾਹਾ ਲੈ ਲਾ। ਇੱਥੋਂ ਵੀ ਤੂੰ ਗੈਰ ਹਾਜ਼ਰ ਹੋ ਰਿਹਾ ਤੇ ਉਧਰੋਂ ਵੀ ਗੈਰ ਹਾਜ਼ਰ ਹੋ ਰਿਹਾ। ਕਿਸੇ ਪਾਸਿਓਂ ਤੋਂ ਲਾਹਾ ਖੱਟ ਲੈ। ਜੇ ਸੰਗਤ ਵਿੱਚ ਬੈਠਾ ਤੇ ਇੱਕ ਹੋ ਕੇ ਬੈਠ। ਗੁਰੂ ਕੀ ਸੰਗਤ ਹਜ਼ੂਰੀ ਵਿੱਚ ਬੈਠਾ ਏ, ਇੱਕ ਹੋ ਕੇ ਬੈਠ। ਜਿੱਦਣ ਤੋਂ ਤੂੰ ਇੱਕ ਹੋ ਕੇ ਬੈਠਣਾ ਸ਼ੁਰੂ ਹੋ ਗਿਆ, ਸਮਝ ਲਈ ਅੱਜ ਸੱਚੀ ਦਰਗਾਹ ਦੇ ਵਿੱਚ ਤੇਰੀ ਸੱਚੀ ਹਾਜ਼ਰੀ ਲੱਗ ਗਈ। ਉਹ ਘੜੀ, ਉਹ ਪਲ, ਉਹ ਛਿਨ, ਉਹ ਵਿਸਵਾ, ਉਹ ਚਸਾ ਤੇਰਾ ਸਫਲਾ ਹੈ, ਜਿਹੜਾ ਇੱਕ ਹੋ ਕੇ ਗੁਰੂ ਕੀ ਹਜ਼ੂਰੀ ਵਿੱਚ ਤੂੰ ਉਹ ਚਸਾ ਸਫਲਾ ਕਰ ਲਿਆ। ਸ਼ਬਦ ਖੋਜੇ ਘਰ ਲਹੈ ਨਾਨਕ ਤਾਂ ਕਾ ਦਾਸ। ਦੇਖੋ ਕਿੱਡੀ ਵੱਡੀ ਗੱਲ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਜਿਹੜਾ ਪਰਮੇਸ਼ਰ ਦੇ ਸ਼ਬਦ ਦੀ ਖੋਜ ਕਰ ਲੈਂਦਾ ਏ, ਪਰਮੇਸ਼ਰ ਦੇ ਸਿਧਾਂਤ ਨੂੰ ਪਰਖ ਲੈਂਦਾ ਏ, ਪਰਮੇਸ਼ਰ ਦੇ ਸਿਧਾਂਤ ਨੂੰ ਸਮਝ ਲੈਂਦਾ ਏ, ਉਹਦਾ ਵਾਸਾ ਆਪਣੇ ਘਰ ਵਿੱਚ ਹੋ ਜਾਂਦਾ ਏ। ਤੇ ਜਿਸ ਦਾ ਵਾਸਾ ਆਪਣੇ ਘਰ ਵਿੱਚ ਹੋ ਗਿਆ ਨਾ, ਪਾਤਸ਼ਾਹ ਕਹਿੰਦੇ ਨੇ ਨਾਨਕ ਤਾਂ ਕਾ ਦਾਸ, ਮੈਂ ਉਹਦਾ ਦਾਸ ਹਾਂ। ਇੰਨਾ ਮਾਣ ਪਰਮੇਸ਼ਰ ਨੇ ਆਪਣੇ ਪਿਆਰਿਆਂ ਨੂੰ ਦਿੱਤਾ, ਆਪਣੇ ਭਗਤਾਂ ਨੂੰ, ਮਹਾਂਪੁਰਖਾਂ ਨੂੰ। ਕਹਿੰਦੇ ਨੇ ਮੈਂ ਤਾਂ ਉਹਨਾਂ ਦਾ ਦਾਸ ਹਾਂ ਜਿਨ੍ਹਾਂ ਨੇ ਆਪਣੇ ਅੰਦਰੋਂ ਪਰਮੇਸ਼ਰ ਨੂੰ ਪ੍ਰਗਟ ਕਰ ਲਿਆ ਹੈ, ਜਿਨ੍ਹਾਂ ਨੇ ਆਪਣੇ ਅੰਦਰੋਂ ਪਰਮੇਸ਼ਰ ਦੇ ਦੀਦਾਰ ਕਰ ਲਏ ਨੇ, ਜਿਨ੍ਹਾਂ ਦਾ ਨਿਜ ਘਰ ਦੇ ਵਿੱਚ ਵਾਸ ਹੋ ਗਿਆ ਹੈ। ਅਜੇ ਸਾਡਾ ਬਾਹਰ ਦੀ ਦੁਨੀਆ ਦੇ ਵਿੱਚ ਵਾਸ ਹੈ, ਅਜੇ ਅਸੀਂ ਬਾਹਰ ਮੁਖੀਆਂ, ਅਜੇ ਅੰਤਰਮੁਖੀ ਨਹੀਂ ਹੋਏ, ਅਜੇ ਸਾਡਾ ਵਾਸ ਅੰਤਰ ਨਹੀਂ ਹੋਇਆ। ਸ਼ਬਦ ਖੋਜ ਇਹ ਘਰ ਲਹੈ, ਬਾਣੀ ਵਿੱਚ ਪਾਤਸ਼ਾਹ ਕਿਰਪਾ ਕਰ ਤੇ ਮਿਲਣਾ ਕਿੱਥੋਂ ਹੈ? ਸ਼ਬਦ ਦੇ ਵਿੱਚੋਂ। ਤੇ ਸ਼ਬਦ ਦੀ ਸੋਝੀ ਕਿੱਥੋਂ ਮਿਲਣੀ ਹੈ? ਮਹਾਂਪੁਰਖਾਂ ਦੇ ਕੋਲੋਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਐਵੇਂ ਨਹੀਂ ਮਹਾਂਪੁਰਖਾਂ ਦੀ ਸੰਗਤ ਕਰਨ ਵਾਸਤੇ ਸਾਨੂੰ ਸਮੱਤ ਬਖਸ਼ਿਸ਼ ਕੀਤੀ, ਕਿਉਂਕਿ ਇਹ ਮਾਰਗ ਹੀ ਮਿਲਣਾ ਹੈ ਮਹਾਂਪੁਰਖਾਂ ਦੀ ਸੰਗਤ ਦੇ ਵਿੱਚੋਂ। ਤੋ ਪਾਤਸ਼ਾਹ ਕਿਰਪਾ ਕਰਦੇ ਨੇ, ਜਿੱਦਣ ਇਹ ਸਮੱਤ ਪ੍ਰਾਪਤ ਕਰ ਲਈ, ਸ਼ਬਦ ਦੀ ਪਹਿਚਾਨ ਕਰ ਲਈ, ਸ਼ਬਦ ਦੀ ਆਵਾਜ਼ ਦੀ ਸਮਝ ਆ ਗਈ, ਅਨਹਤ ਨਾਦ ਦੀ ਸਮਝ ਆ ਗਈ, ਸਮਝ ਨਹੀਂ ਉਦਣ ਤੇਰਾ ਵਾਸਾ ਨਿਜ ਘਰ ਦੇ ਵਿੱਚ ਹੋ ਗਿਆ। ਜਿੱਦਣ ਤੇਰਾ ਵਾਸਾ ਨਿਜ ਘਰ ਹੋ ਗਿਆ, ਉਦਣ ਤੂੰ ਮੇਰਾ ਮਾਲਕ ਤੇ ਮੈਂ ਤੇਰਾ ਦਾਸ ਹੋ ਜਾਵਾਂਗਾ। ਨਾਨਕ ਤਾਂ ਕਾ ਦਾਸ। ਤੋ ਪਾਤਸ਼ਾਹ ਕਿਰਪਾ ਕਰਦੇ ਨੇ, ਮਹੱਲਾ ਪਹਿਲਾ। ਚਿਲ ਮਿਲ ਬਿਸਿਆਰ ਦੁਨੀਆ ਫਾਨੀ। ਸਤਿਗੁਰੂ ਕਿਰਪਾ ਕਰਦੇ ਨੇ, ਇਹ ਜਿਹੜੀ ਦੁਨੀਆ ਹੈ ਨਾ, ਇਹ ਜਿਹੜਾ ਸੰਸਾਰ ਹੈ, ਬਿਸਿਆਰ ਸੱਪ ਨੂੰ ਵੀ ਕਹਿੰਦੇ ਨੇ, ਨਾਗ ਨੂੰ ਵੀ ਕਹਿੰਦੇ ਨੇ। ਮਾਇਆ ਦਾ ਦੂਸਰਾ ਨਾਮ ਹੈ ਸੱਪ। ਤੋ ਸਤਿਗੁਰੂ ਕਿਰਪਾ ਕਰਦੇ ਨੇ, ਇਹ ਜਿਹੜੀ ਸੰਸਾਰਕ ਮਾਇਆ ਸਰਪ ਰੂਪੀ ਜਿਹੜੀ ਹੈ ਨਾ, ਇਹ ਬੜਾ ਵੱਡਾ ਚਮਤਕਾਰ ਹੈ। ਚਿਲਮਿਲ ਬੜਾ ਚਮਤਕਾਰ। ਲੋਕ ਫਸ ਜਾਂਦੇ ਨੇ ਇਹਦੇ ਚਮਕਾਰੇ ਵਿੱਚ, ਇਹਦੇ ਪ੍ਰਕਾਸ਼ ਵਿੱਚ, ਇਹਦੀ ਲਾਈਟ ਦੇ ਵਿੱਚ। ਕਾਲੂ ਅਕਲ ਮਨ ਗੌਰ ਨਾ ਮਾਨੇ। ਕਹਿੰਦੇ ਮੈਂ ਇਹਦੇ ਵੱਲ ਕੋਈ ਧਿਆਨ ਨਹੀਂ ਕੀਤਾ ਦਿਲ ਕਰਕੇ, ਕਿਉਂਕਿ ਮੈਨੇ ਕਿਸੇ ਵੀ ਮਨੁੱਖ ਨੇ ਇਸ ਪਰਮੇਸ਼ਰ ਦੇ ਚਮਕਾਰ ਨੂੰ ਨਹੀਂ ਸਮਝਿਆ। ਕਿਉਂਕਿ ਗੌਰ ਭਾਵ ਅੰਤ ਅਸਥਾਨ, ਅੰਤ ਘਰ ਜਿੱਥੇ ਮਨੁੱਖ ਨੇ ਜਾਣਾ ਹੈ, ਉਹ ਸਮਝਿਆ ਹੀ ਨਹੀਂ। ਕੋਈ ਮਨੁੱਖ ਕਿਸੇ ਨੂੰ ਪੁੱਛ ਕੇ ਦੇਖ ਲੋ, ਜਾਣਾ ਕਿਸੇ ਨੂੰ ਯਾਦ ਨਹੀਂ, ਕਿਸੇ ਨੂੰ ਯਾਦ ਨਹੀਂ। ਮੈਂ ਵੀ ਜਾਣਾ ਹੈ,
ਹੰਕਾਰ ਦੇ ਘੋੜੇ ਚੜਿਆ ਹੋਇਆ ਮਨੁੱਖ ਅਮਰ ਹੋ ਕੇ ਬੈਠਾ ਦੁਨੀਆ ਵਿੱਚ, ਮੈਂ ਨਹੀਂ ਜਾਣਾ। ਪਰ ਹਮ ਆਦਮੀ ਹਾਂ ਇੱਕ ਦਮੀ, ਮੁਹਲਤ ਮੁਹਤ ਨਾ ਜਾਣਾ। ਪਾਤਸ਼ਾਹ ਕਹਿੰਦੇ ਨੇ ਇੱਕ ਦਮ ਦਾ ਬੰਦਾ ਤੂੰ, ਬਸ ਆਉਣ ਵਾਲਾ ਦਮ ਆਉਣਾ ਤੇ ਪਤਾ ਨਹੀਂ ਆਉਣਾ। ਤੋ ਸਤਿਗੁਰੂ ਕਿਰਪਾ ਕਰਦੇ ਨੇ, ਮਨ ਕਮੀਨ ਕਮਤਰੀ ਤੂੰ ਦਰਿਆਓ ਖੁਦਾਇਆ। ਐ ਵਾਹਿਗੁਰੂ, ਬੜੀ ਕਮੀਨ ਨੀਵੀਂ ਸੋਚ ਹੈ ਮੇਰੀ, ਔਰ ਨੀਵੀਂ ਤੋਂ ਨੀਵੀਂ ਸੋਚ ਹੈ ਮੇਰੀ। ਤੂੰ ਦਰਿਆਓ ਖੁਦਾਇਆ, ਤੂੰ ਬੜਾ ਵੱਡਾ ਹੈ, ਮੈਂ ਤਾਂ ਕੁਛ ਵੀ ਨਹੀਂ ਹਾਂ ਤੇਰੇ ਸਾਹਮਣੇ, ਮੇਰੀ ਸੋਚ ਤਾਂ ਕੁਛ ਵੀ ਨਹੀਂ ਹੈ। ਇਹ ਕੌਣ ਕਹਿੰਦਾ? ਜਿਹਨੂੰ ਪਰਮੇਸ਼ਰ ਦੀ ਸਮਝ ਆ ਜਾਂਦੀ। ਛੋਟਾ ਜਿਹਾ ਬੱਚਾ ਹੁੰਦਾ ਨਾ ਆਪਣੇ ਘਰ ਦੇ ਵਿੱਚ, ਕੋਈ ਗੱਲ ਕਰ ਲਈਏ, ਬੱਚਾ ਕਹਿੰਦਾ ਆਪਣੇ ਮਾਂ-ਬਾਪ ਨੂੰ, ਤੇਰੇ ਨਾਲੋਂ ਜ਼ਿਆਦਾ ਮੈਨੂੰ ਸੋਝੀ ਹੈ, ਮੈਨੂੰ ਪਤਾ ਹੈ। ਉਹ ਕਿਉਂ ਕਹਿੰਦਾ? ਉਹਨੂੰ ਕੁਝ ਵੀ ਪਤਾ ਨਹੀਂ ਹੁੰਦਾ। ਔਰ ਜਦੋਂ ਦੁਨੀਆ ਵਿੱਚ ਵਿਚਰਦਿਆਂ ਸੂਝਵਾਨ ਹੋ ਜਾਂਦਾ, ਉਹਨੂੰ ਕੁਝ ਪਤਾ ਲੱਗਦਾ ਦੁਨੀਆ ਦਾ, ਫਿਰ ਉਹ ਕਹਿੰਦਾ ਇਹ ਦੁਨੀਆ ਬੜੀ ਵੱਡੀ, ਬੜਾ ਵਿਸ਼ਾਲ ਦਾਇਰਾ ਇਹਦਾ, ਕਿਸੇ ਨੂੰ ਕੁਝ ਪਤਾ ਨਹੀਂ, ਕਿਹਦੇ ਦਿਮਾਗ ਵਿੱਚ ਕੀ ਚੱਲਦਾ ਹੈ, ਕਿਹਨੇ ਕਦੋਂ ਕੀ ਕਰ ਦੇਣਾ, ਕੋਈ ਪਤਾ ਨਹੀਂ। ਜਦੋਂ ਅਣਜਾਣ ਸੀ ਉਦੋਂ ਕਹਿੰਦਾ ਸੀ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ, ਤੇ ਜਦੋਂ ਸਿਆਣਾ ਹੋਇਆ ਹੁਣ ਕਹਿੰਦਾ ਮੇਰੇ ਵਰਗਾ ਨਿਆਣਾ ਹੀ ਕੋਈ ਨਹੀਂ। ਜਦੋਂ ਪਰਮੇਸ਼ਰ ਦੇ ਘਰ ਦਾ ਸਾਨੂੰ ਪਤਾ ਨਹੀਂ, ਉਹਦੀ ਰਹਿਮਤ ਦਾ, ਉਹਦੀ ਵਡਿਆਈ ਦੀ ਸਾਨੂੰ ਸੋਝੀ ਨਹੀਂ, ਉਦੋਂ ਅਸੀਂ ਕਹਿੰਦੇ ਆ ਸਾਨੂੰ ਨਾਮ ਜਪਣ ਦਾ ਬੜਾ ਪਤਾ ਏ, ਸਾਨੂੰ ਧਰਮ ਦਾ ਪਤਾ ਹੈ, ਕਿਸੇ ਦੇ ਗਿਆਨ ਦੀ ਲੋੜ ਨਹੀਂ, ਕਿਸੇ ਸੰਤ ਕੋਲ ਜਾਣ ਦੀ ਲੋੜ ਨਹੀਂ, ਕਿਸੇ ਮਹਾਪੁਰਖ ਕੋਲ ਜਾਣ ਦੀ ਲੋੜ ਨਹੀਂ। ਮੈਨੂੰ ਤਾਂ ਪਤਾ ਹੈ ਗੁਰਮਤਿ ਕਿੱਥੇ ਹੈ, ਗੁਰੂ ਕਾ ਗਿਆਨ ਕਿੱਥੇ ਹੈ, ਸਤ ਸੰਗਤ ਦੇ ਵਿੱਚੋਂ ਪ੍ਰਾਪਤੀ ਕੀ ਹੁੰਦੀ ਏ। ਭਲਿਆ ਜਿੱਦਣ ਤੈਨੂੰ ਗੁਰੂ ਦੀ ਮਤ ਦਾ ਗਿਆਨ ਹੋ ਗਿਆ, ਉਦਣ ਤੋਂ ਸਮਝੇਗਾ ਮੈਨੂੰ ਕੱਖ ਵੀ ਪਤਾ ਨਹੀਂ, ਮੈਨੂੰ ਕੋਈ ਗਿਆਨ ਨਹੀਂ। ਪਾਤਸ਼ਾਹ ਕਿਰਪਾ ਕਰਦੇ ਨੇ ਨਾ, ਮਨ ਕਮੀਨ ਕਮਤਰੀਨ ਤੂੰ ਦਰਿਆਓ ਖੁਦਾਇਆ। ਸਮਝ ਆ ਗਈ? ਹੁਣ ਉਹੀ ਮਨ ਕਹਿਣ ਲੱਗਾ, ਐ ਸੱਚੇ ਪਾਤਸ਼ਾਹ ਤੂੰ ਤਾਂ ਬੜਾ ਵੱਡਾ ਦਰਿਆ, ਤੇਰਾ ਤਾਂ ਅੰਤ ਹੀ ਕੋਈ ਨਹੀਂ, ਤੂੰ ਤਾਂ ਸਾਗਰ ਹੈ, ਮੈਂ ਤਾਂ ਇੱਕ ਬੂੰਦ ਦੇ ਤੁੱਲ ਵੀ ਨਹੀਂ ਹਾਂ ਤੇਰੇ ਸਾਹਮਣੇ। ਸਮਝ ਆ ਗਈ? ਸਮਝ ਕਦੋਂ ਆਈ? ਜਦੋਂ ਇਹ ਅੰਤਰਮੁਖੀ ਹੋਇਆ, ਜਿਹਨੇ ਇਹਨੇ ਬਾਹਰ ਮੁਖੀ ਵਾਲੀ ਅਵਸਥਾ ਛੱਡ ਦਿੱਤੀ। ਕੋਈ ਪਦਾਰਥ ਆਪਣੇ ਘਰ ਪਿਆ ਹੋਵੇ ਨਾ ਅੰਦਰ, ਹੁਣ ਉਹਨੂੰ ਬਾਹਰ ਲੱਭੀਏ ਤੇ ਚਾਹੇ ਜੁਗਾਂ ਤੱਕ ਲੱਭਦੇ ਰਹੀਏ, ਲੱਭੇਗਾ ਨਹੀਂ, ਕਿਉਂਕਿ ਉਹ ਤੇ ਸਾਡੇ ਅੰਦਰ ਪਿਆ, ਘਰ ਹੈ। ਔਰ ਜਿੱਦਣ ਅਸੀਂ ਬਾਹਰ ਦੀ ਭਾਲ ਛੱਡ ਕੇ ਆਪਣੇ ਘਰ ਦੇ ਅੰਦਰ ਭਾਲਣ ਦੀ ਕੋਸ਼ਿਸ਼ ਕਰਾਂਗੇ, ਬਹੁਤਾ ਸਮਾਂ ਨਹੀਂ ਲੱਗੇਗਾ, ਅੰਦਰੋਂ ਉਹ ਪਦਾਰਥ, ਉਹ ਵਸਤੂ ਮਿਲ ਜਾਏਗੀ। ਸਤਿਗੁਰੂ ਕਹਿੰਦੇ ਨੇ, ਭਲਿਆ ਜਿਸ ਦੀ ਖੋਜ ਵਿੱਚ ਤੂੰ ਬਾਹਰ ਭਟਕਦਾ ਫਿਰਦਾ ਹੈ, ਤੂੰ ਧਨ ਖੋਜਣਾ ਚਾਹੁੰਦਾ ਹੈ, ਤੂੰ ਪ੍ਰਭਤਾ ਖੋਜਣੀ ਚਾਹੁੰਦਾ ਹੈ, ਤੂੰ ਮਾਣ ਵਡਿਆਈ ਖੋਜਣੀ ਚਾਹੁੰਦਾ ਹੈ, ਤੂੰ ਦੁਨੀਆ ਦੇ ਸੁੱਖ ਖੋਜਣੇ ਚਾਹੁੰਦਾ ਹੈ, ਤੂੰ ਆਤਮਿਕ ਮਾਨਸਿਕ ਸਰੀਰਕ ਸੁੱਖ ਖੋਜਣੇ ਚਾਹੁੰਦਾ ਹੈ, ਤੂੰ ਬਾਹਰੋਂ ਖੋਜਣ ਦੀ ਕੋਸ਼ਿਸ਼ ਕਰਦਾ। ਭਲਿਆ ਇਹ ਸਾਰਾ ਕੁਝ ਤਾਂ ਤੇਰੇ ਅੰਦਰ ਹੀ ਪਿਆ ਹੋਇਆ ਹੈ। ਤੂੰ ਆਪਣੇ ਅੰਦਰ ਤਾਂ ਧਿਆਨ ਮਾਰ ਕੇ ਦੇਖ, ਤੈਨੂੰ ਸਾਰਾ ਕੁਝ ਤੇਰੇ ਅੰਦਰੋਂ ਹੀ ਮਿਲ ਜਾਏਗਾ। ਤੂੰ ਤਾਂ ਬਾਹਰ ਭਟਕਦਾ ਫਿਰਦਾ ਹੈ। ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਸਤਿਗੁਰੂ ਕਹਿੰਦੇ ਨੇ, ਭਾਈ ਸਭ ਕੁਝ ਘਰ ਮੈਂ, ਸਾਰਾ ਕੁਝ ਤਾਂ ਤੇਰੇ ਅੰਦਰ ਹੈ, ਬਾਹਰ ਨਹੀਂ, ਬਾਹਰ ਕੁਛ ਵੀ ਨਹੀਂ ਹੈ। ਔਰ ਆਪਾਂ ਪਤਾ ਕਿੱਥੋਂ ਲੱਭਦੀਆਂ ਸੁੱਖ? ਬਾਹਰੋਂ। ਤੋ ਸਤਿਗੁਰੂ ਕਹਿੰਦੇ ਨੇ ਬਾਹਰ ਟੋਲ ਹੈ, ਜਿਹੜਾ ਬਾਹਰੋਂ ਲੱਭਦਾ ਉਹਨੂੰ ਪਤਾ ਕੀ ਕਿਹਾ? ਸੋ ਭਰਮ ਭੁਲਾਈ। ਉਹ ਭਰਮਾਂ ਦੇ ਵਿੱਚ ਭੁੱਲਿਆ ਹੋਇਆ, ਉਹਨੂੰ ਸਮਝ ਹੀ ਨਹੀਂ ਇਹ ਸਾਰਾ ਕੁਝ ਦਾ ਅੰਦਰੋਂ ਹੀ ਹੈ, ਅੰਦਰੋਂ ਹੀ। ਪੁਰਾਤਨ ਮਹਾਪੁਰਖਾਂ ਦਾ ਜੀਵਨ ਪੜ੍ਹ ਕੇ ਦੇਖ ਲਈਏ, ਭਗਤ ਕਬੀਰ ਜੀ, ਰਵਿਦਾਸ ਜੀ, ਸਧਨਾ ਜੀ, ਸੈਣ ਜੀ, ਪੀਪਾ ਜੀ, ਜਿੰਨੇ ਵੀ, ਮਾਇਆ, ਅਸੀਂ ਮਾਇਆ ਨੂੰ ਸਭ ਤੋਂ ਵੱਡਾ ਸੁੱਖ ਮੰਨਦੇ ਹਾਂ। ਕੌਣ ਵੱਡਾ? ਮਾਇਆ ਵਡਿਆਈ। ਪਰ ਪਾਤਸ਼ਾਹ ਕਹਿੰਦੇ ਨਹੀਂ, ਵੱਡਾ ਕੌਣ ਹੈ? ਸੋ ਵੱਡਾ ਜਿਨ ਰਾਮ ਲਵਲਾਈ। ਅਸਲ ਵਿੱਚ ਉਹ ਵੱਡਾ ਹੈ।
ਹੁਣ ਮਹਾਂਪੁਰਖਾਂ ਦੇ ਪਿੱਛੇ ਪਿੱਛੇ ਜਿਸ ਮਾਇਆ ਦੇ ਪਿੱਛੇ ਦੁਨਿਆਵੀ ਮਨੁੱਖ ਖੀਵਾ ਹੋਇਆ ਭਟਕਦਾ ਫਿਰਦਾ ਹੈ, ਉਹ ਮਾਇਆ ਭਗਤਾਂ ਦੇ ਪਿੱਛੇ ਪਿੱਛੇ ਪਾਗਲ ਹੋਈ ਤੁਰੀ ਫਿਰਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਜਿਵੇਂ ਜਿਵੇਂ ਭਗਤ ਫਿਰ ਹੁਕਮ ਕਰਦੇ ਨੇ, ਇਹ ਮਾਇਆ ਦਾਸੀ ਬਣ ਕੇ ਕਾਰ ਕਰਦੀ ਏ। ਜਿਸ ਮਾਇਆ ਦੇ ਵਿੱਚੋਂ ਸੁੱਖ ਲੱਭਣ ਵਾਸਤੇ ਮਨੁੱਖ ਦੁਨੀਆ ਦੇ ਵਿੱਚ ਭਟਕਦਾ ਫਿਰਦਾ, ਦੁਨੀਆ ਵਿੱਚ ਭਟਕਦਾ ਫਿਰਦਾ। ਤਾਂ ਪਾਤਸ਼ਾਹ ਕਿਰਪਾ ਕਰਦੇ ਨੇ, ਅੱਜ ਜਿਸ ਮਨੁੱਖ ਨੂੰ ਸਮਝ ਆ ਗਈ, ਜਿਹੜਾ ਮਨੁੱਖ ਅੰਤਰਮੁਖੀ ਹੋ ਗਿਆ, ਜਿਹਨੇ ਆਪਣੇ ਆਪ ਦੀ ਪਹਿਚਾਨ ਕਰ ਲਈ, ਉਹ ਕੀ ਕਹਿਣ ਲੱਗ ਪਿਆ ਸੱਚੇ ਪਾਤਸ਼ਾਹ, ਮਨ ਕਮੀਨ ਕਮਤਰੀਨ ਤੂੰ ਦਰਿਆਓ ਖੁਦਾਇਆ। ਬੜਾ ਵੱਡਾ ਹੈ ਤੂੰ, ਬੜਾ ਵੱਡਾ, ਮੈਂ ਤਾਂ ਕੁਛ ਵੀ ਨਹੀਂ, ਇੱਕ ਬੂੰਦ ਦੇ ਸਮਾਨ ਵੀ ਨਹੀਂ ਹਾਂ। ਏਕ ਚੀਜ਼ ਮੁਝੈ ਦੇ ਅਵਰ ਜ਼ਹਿਰ ਚੀਜ਼ ਨਾ ਪਾਇਆ। ਦੇਖੋ ਅੱਜ ਸਮਝ ਆ ਗਈ ਨਾ। ਜਦੋਂ ਸਮਝ ਨਹੀਂ ਸੀ ਮਾਇਆ ਮੰਗਦਾ ਸੀ, ਜਦੋਂ ਸਮਝ ਨਹੀਂ ਸੀ ਦੁਨਿਆਵੀ ਵਡਿਆਈ ਮੰਗਦਾ ਸੀ, ਜਦੋਂ ਸਮਝ ਨਹੀਂ ਸੀ ਪ੍ਰਭਤਾ ਮੰਗਦਾ ਸੀ, ਦੁਨੀਆ ਦੇ ਸੁੱਖ ਮੰਗਦਾ ਸੀ। ਅੱਜ ਸਮਝ ਆ ਗਈ ਕਿਹੜੀ? ਪਾਤਸ਼ਾਹ ਸਾਨੂੰ ਸਮਝਾਉਣ ਵਾਸਤੇ ਕਿਰਪਾ ਕਰਦੇ ਨੇ, ਏਕ ਚੀਜ਼ ਮੁਝੈ ਦੇ। ਐ ਸਤਿਗੁਰੂ ਮੈਨੂੰ ਇੱਕ ਚੀਜ਼ ਦੇ ਦੇ, ਬਸ ਇਹੀ ਮੰਗਦਾ ਮੈਂ ਤੇਰੇ ਕੋਲੋਂ। ਅਵਰ ਜ਼ਹਿਰ ਚੀਜ਼ ਨਾ ਪਾਇਆ। ਹੋਰ ਜਿੰਨੀਆਂ ਜ਼ਹਿਰੀਲੀਆਂ ਚੀਜ਼ਾਂ ਨੇ ਮੈਨੂੰ ਚੰਗੀਆਂ ਨਹੀਂ ਲੱਗਦੀਆਂ। ਹੁਣ ਇੱਕ ਪਦਾਰਥ ਕਿਹੜਾ ਹੈ? ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੀ ਸ਼ਰਨ, ਪਰਮੇਸ਼ਰ ਦੀ ਕਿਰਪਾ, ਪਰਮੇਸ਼ਰ ਦੀ ਯਾਦ, ਪਰਮੇਸ਼ਰ ਦਾ ਸਮਰਨ। ਜਿਹੜਾ ਆਪਾਂ ਸਿਮਰਨ ਕਹਿੰਦੇ ਨੇ ਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਇਹ ਅਸਲ ਵਿੱਚ ਹੈ ਸਮਰਨ। ਸਮਰਨ ਦਾ ਮਤਲਬ ਹੁੰਦਾ ਹਮੇਸ਼ਾ ਚੇਤੇ ਰੱਖਣ ਵਾਲਾ, ਜਿਹਨੂੰ ਕਦੇ ਵੀ ਨਾ ਵਿਸਾਰੀਏ, ਕਦੇ ਵੀ ਨਾ ਵਿਸਾਰਿਆ ਜਾਣ ਵਾਲਾ, ਸਮਰਨ ਰੱਖਣ ਵਾਲਾ, ਚੇਤੇ ਰੱਖਣ ਵਾਲਾ, ਯਾਦ ਰੱਖਣ ਵਾਲਾ ਹਮੇਸ਼ਾ। ਇੱਕ ਚੀਜ਼ ਮੁਝੈ ਦੇ। ਐ ਵਾਹਿਗੁਰੂ ਕਿਰਪਾ ਕਰ ਦਿਓ, ਮੈਨੂੰ ਇੱਕ ਚੀਜ਼ ਦੇ ਦਿਓ। ਪਰਮੇਸ਼ਰ ਦਾ ਨਾਮ, ਤੂੰ ਆਪਣਾ ਨਾਮ ਦੇ ਦੇ, ਆਪਣੇ ਚਰਨਾਂ ਕਮਲਾਂ ਦੀ ਸੰਗਤ ਦੇ ਦੇ, ਪਿਆਰ ਦੇ ਦੇ, ਭਾਵਨਾ ਦੇ ਦੇ, ਭਾਵ ਦੇ ਦੇ। ਅਵਰ ਜ਼ਹਿਰ ਚੀਜ਼ ਨਾ ਪਾਇਆ। ਹੋਰ ਜਿੰਨੀਆਂ ਜ਼ਹਿਰੀਲੀਆਂ ਚੀਜ਼ਾਂ ਨੇ ਮੈਨੂੰ ਬਿਲਕੁਲ ਵੀ ਨਹੀਂ ਭਾਉਂਦੀਆਂ, ਮੈਨੂੰ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ। ਅੱਜ ਸਮਝ ਆ ਗਈ। ਜਦੋਂ ਸਮਝ ਨਹੀਂ, ਮਨੁੱਖ ਸਭ ਕੁਝ ਮੰਗਦਾ ਹੈ। ਜਿਸ ਦਿਨ ਸਮਝ ਆ ਗਈ, ਉਸ ਦਿਨ ਕਹਿਣ ਲੱਗ ਗਿਆ, ਮੈਨੂੰ ਤਾਂ ਕੁਝ ਵੀ ਨਹੀਂ ਚਾਹੀਦਾ, ਮੈਨੂੰ ਕੁਝ ਨਹੀਂ ਚਾਹੀਦਾ। ਬਾਣੀ ਵਿੱਚ ਆਪਾਂ ਸੁਣਦੇ ਆ ਨਾ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਹੁਣ ਰਾਜ ਕੀ ਹੈ? ਜੇ ਬਹੁਤਾ ਸੁੱਖ ਕਿਸੇ ਕੋਲ ਹੋਵੇ ਨਾ, ਆਪਾਂ ਕਹਿੰਦੇ ਨੇ ਫਲਾਣਾ ਬੰਦਾ ਰਾਜ ਭੋਗਦਾ। ਦੁੱਖਾਂ ਤੋਂ ਮੁਕਤੀ ਹੋ ਗਈ, ਇਹ ਬੰਦਾ ਤਾਂ ਮੁਕਤ ਹੈ। ਹੁਣ ਪਾਤਸ਼ਾਹ ਦਾ ਨਾਮ ਜਪਣ ਵਾਲਾ ਕਹਿੰਦਾ ਮੈਨੂੰ ਰਾਜ ਵੀ ਨਹੀਂ ਚਾਹੀਦਾ, ਫਿਰ ਨਾਮ ਕਾਹਦੇ ਵਾਸਤੇ ਜਪਦਾ? ਚਲੋ ਰਾਜ ਨਹੀਂ ਚਾਹੀਦਾ, ਮੁਕਤੀ ਚਾਹੀਦੀ ਹੋਣੀ ਹੈ। ਕਹਿੰਦੇ ਮੁਕਤ ਨਾ ਚਾਹੋ, ਮੁਕਤੀ ਵੀ ਨਹੀਂ ਚਾਹੀਦੀ, ਫਿਰ ਰਾਜ ਵੀ ਨਹੀਂ ਚਾਹੀਦਾ, ਮੁਕਤੀ ਵੀ ਨਹੀਂ ਚਾਹੀਦੀ, ਤੇ ਚਰਨਾਂ ਕਮਲਾਂ ਦੀ ਪ੍ਰੀਤ ਕਾਹਦੇ ਵਾਸਤੇ ਮੰਗਦਾ ਹੈ? ਤੈਨੂੰ ਮੁਕਤੀ ਵੀ ਨਹੀਂ ਚਾਹੀਦੀ। ਮਨਪ੍ਰੀਤ ਚਰਨ ਕਮਲਾਰੇ, ਬਸ ਤੇਰੇ ਚਰਨਾਂ ਕਮਲਾਂ ਦੀ ਪ੍ਰੀਤ ਮਿਲ ਜਾਏ। ਕਾਰਨ ਕੀ? ਜਿੱਦਣ ਸਾਨੂੰ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਮਿਲ ਗਈ, ਜਿੱਦਣ ਸਾਡੇ ਹਿਰਦੇ 'ਚ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਵਸ ਗਿਆ, ਰਾਜ ਤੇ ਮੁਕਤੀਆਂ ਪਿੱਛੇ ਪਿੱਛੇ ਦਾਸੀਆਂ ਬਣ ਕੇ ਆਪੇ ਹੀ ਆ ਜਾਣਗੀਆਂ, ਆਪੇ ਹੀ ਆ ਜਾਣਗੀਆਂ। ਮੰਗਣ ਦੀ ਲੋੜ ਨਹੀਂ, ਧਨ ਮੰਗਣ ਦੀ ਲੋੜ ਨਹੀਂ, ਮੁਕਤੀ ਮੰਗਣ ਦੀ ਲੋੜ ਨਹੀਂ, ਵਡਿਆਈਆਂ ਮੰਗਣ ਦੀ ਲੋੜ ਨਹੀਂ। ਜਿੱਦਣ ਹਿਰਦੇ 'ਚ ਨਾਮ ਵਸ ਗਿਆ, ਜਿੱਦਣ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਪ੍ਰੀਤੀ ਹਿਰਦੇ 'ਚ ਵਸ ਗਈ, ਇਸ ਦੁਨਿਆਵੀ ਸਾਰੇ ਸੁਖ ਸਾਧਨ ਤਾਂ ਮਨੁੱਖ ਦੇ ਪਿੱਛੇ ਦਾਸੀ ਬਣ ਕੇ ਤੁਰੇ ਫਿਰਨ। ਤੋ ਅੱਗੇ ਕਿਰਪਾ ਕਰਦੇ ਨੇ ਸ਼ਹਿਨशाह, ਪੁਰਾਬ ਖਾਮ ਕੂਜ਼ਾ ਹਿਕਮਤ ਖੁਦਾਇਆ। ਕਹਿੰਦੇ ਨੇ ਇਹ ਜਿਹੜਾ ਤੂੰ ਆਪਣੀ ਵੱਡੀ ਹਿਕਮਤ ਦੇ ਨਾਲ, ਵੱਡੀ ਸੁਚੱਜਤਾ ਦੇ ਨਾਲ, ਵੱਡੀ ਦਾਨਾਈ ਦੇ ਨਾਲ ਇਸ ਸਰੀਰ ਰੂਪੀ ਕੁੱਜੇ ਦੇ ਵਿੱਚੋਂ, ਇਹਦੇ ਵਿੱਚ ਤੂੰ ਪ੍ਰਾਣ ਰੂਪੀ ਸਾਡੀ ਆਤਮਾ ਰੂਪੀ ਜਿਹੜਾ ਪਦਾਰਥ ਪਾਇਆ ਹੋਇਆ ਹੈ ਨਾ, ਤੂੰ ਇਹਨੂੰ ਭਰਿਆ ਹੋਇਆ। ਇਸ ਮੇਰਾ ਖਾਲੀ ਸਰੀਰ ਜਿਹੜਾ ਸੀ,
ਬੜੀ ਵੱਡੀ ਹਿਕਮਤ ਕੀਤੀ। ਮਨ ਤੂੰ ਅੰਨ ਤੂੰ ਕੁਦਰਤੀ ਮਾਇਆ, ਤੂੰ ਉਸ ਸਰੀਰ ਰੂਪੀ ਕੁੱਜੇ ਦੇ ਵਿੱਚ, ਬਰਤਨ ਵਿੱਚ, ਭਾਂਡੇ ਵਿੱਚ, ਹਰ ਥਾਂ ਤੇ ਤੂੰ ਪੂਰਨ ਹੈ। ਤੂੰ ਹਰ ਥਾਂ ਤੇ ਹੈ, ਸਮਰੱਥ ਹੈ, ਹਰ ਥਾਂ ਤੇ ਤੂੰ ਦੇਖਣ ਵਾਲਾ ਹੈ। ਸਗ ਨਾਨਕ ਦੀਵਾਨ ਮਸਤਾਨਾ ਨਿਤ ਚੜੈ ਸਵਾਇਆ। ਸਗ, ਸਗ ਫਾਰਸੀ ਦਾ ਲਫ਼ਜ਼ ਹੈ। ਸਗ ਕਹਿੰਦੇ ਨੇ ਕੂਕਰ ਨੂੰ, ਜਿਵੇਂ ਆਪਾਂ ਕੁੱਤਾ ਕਹਿ ਲੈਂਦੇ। ਇਹ ਨਿਮਰਤਾ ਦਾ ਅੰਤ ਹੈ। ਸਗ ਨਾਨਕ ਦੀਵਾਨ ਮਸਤਾਨਾ ਨਿਤ ਚੜ੍ਹੇ ਸਵਾਇਆ। ਐ ਵਾਹਿਗੁਰੂ, ਇਹ ਜਿਹੜਾ ਸਗ ਹੈ ਨਾ, ਦੇਖੋ ਨਿਮਰਤਾ, ਆਪਣੇ ਆਪ ਨੂੰ ਕੁੱਤਾ ਕਹਿਣਾ। ਭਗਤ ਕਬੀਰ ਜੀ ਦੀ ਬਾਣੀ ਪੜ੍ਹੀਏ। ਕਬੀਰ ਕੂਕਰ ਰਾਮ ਕੋ, ਸਮਝ ਆ ਗਈ ਨਾ? ਐਵੇਂ ਨਹੀਂ ਕਿਹਾ। ਅਸੀਂ ਕਹਿੰਦੇ ਸਾਡੇ ਵਰਗਾ ਅਮੀਰ ਹੀ ਕੋਈ ਨਹੀਂ, ਪਰ ਜਿਨ੍ਹਾਂ ਨੂੰ ਸਮਝ ਆ ਗਈ ਉਹ ਕਹਿੰਦੇ ਨੇ ਮੈਂ ਕੂਕਰ ਹਾਂ, ਮੈਂ ਸਗ ਹਾਂ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਮ, ਗਲੇ ਹਮਾਰੇ ਜੇਵਰੀ, ਜਹ ਖਿੰਚੈ ਤਹਿ ਜਾ। ਉਹ ਕਹਿੰਦੇ ਮੈਂ ਤਾਂ ਰਾਮ ਦਾ ਕੁੱਤਾ ਹਾਂ, ਮੈਂ ਕੂਕਰ ਹਾਂ। ਮੇਰੇ ਗਲ ਵਿੱਚ ਉਹਨੇ ਆਪਣੇ ਹੁਕਮ ਦੀ ਜੇਵਰੀ ਰੱਸੀ ਪਾਈ ਹੋਈ ਹੈ, ਸੰਗਲੀ ਪਾਈ ਹੋਈ ਹੈ। ਜਹ ਖਿੰਚੈ ਤਹਿ ਜਾਉ, ਜਿੱਧਰ ਨੂੰ ਹੁਕਮ ਕਰਦਾ ਹੈ ਖਿੱਚਦਾ, ਮੈਂ ਉਧਰ ਨੂੰ ਤੁਰ ਪੈਂਦਾ। ਮੇਰੀ ਆਪਣੀ ਮਰਜ਼ੀ ਕੋਈ ਨਹੀਂ। ਅੱਜ ਕਿਸੇ ਮਨਮੁਖੀ ਮਨੁੱਖ ਜਿਹੜੀ ਦੀ ਬਾਹਰ ਦੀ ਅਵਸਥਾ, ਉਹਨੂੰ ਪੁੱਛ ਕੇ ਦੇਖੋ, ਕਹਿੰਦਾ ਸਾਰਾ ਕੁਝ ਮੇਰੇ ਹੀ ਹੁਕਮ ਦੇ ਨਾਲ ਹੋ ਰਿਹਾ। ਸੋਝੀ ਨਹੀਂ ਨਾ, ਸਮਝ ਨਹੀਂ, ਪਹਿਚਾਣ ਨਹੀਂ। ਅਜੇ ਕਹਿੰਦਾ ਸਭ ਕੁਝ ਮੇਰੇ ਹੀ ਹੁਕਮ ਦੇ ਵਿੱਚ ਹੈ। ਜਿੱਦਣ ਸਮਝ ਆ ਗਈ ਉਦਣ ਕਹਿੰਦਾ ਨਹੀਂ, ਉਦਣ ਕਹੇਗਾ ਸਗ ਨਾਨਕ ਦੀਵਾਨ ਮਸਤਾਨਾ, ਉਦਣ ਸਗ ਕਹੇਗਾ ਸਤਿਗੁਰੂ ਮੈਂ ਤੇ ਤੇਰੇ ਘਰ ਦਾ ਸਗ ਹਾਂ, ਕੂਕਰ ਹਾਂ। ਹਮ ਕੂਕਰ ਤੇਰੇ ਦਰਬਾਰ, ਮੈਂ ਤੇਰੇ ਦਰਬਾਰ ਦਾ ਕੂਕਰ ਹਾਂ, ਕੁੱਤਾ। ਫਿਰ ਇਹ ਅਵਸਥਾ ਨਿਮਰਤਾ, ਅਖੀਰ ਨਿਮਰਤਾ ਦੀ ਹੋ ਜਾਂਦੀ। ਤੋ ਪਾਤਸ਼ਾਹ ਕਿਰਪਾ ਕਰਦੇ ਨੇ, ਨਿਤ ਚੜ੍ਹੈ ਸਵਾਇਆ, ਤੂੰ ਤਾਂ ਨਿਤ ਨਿਤ ਚੜ੍ਹੈ ਸਵਾਇਆ। ਨਾਨਕ ਹੋਤ ਨਾ ਘਾਟ, ਉਹ ਕਦੇ ਵੀ ਘਟਦਾ ਨਹੀਂ, ਕਦੇ ਵੀ ਨਹੀਂ। ਮਨੁੱਖ ਘਟਦਾ ਹੈ, ਸ੍ਰਿਸ਼ਟੀ ਕੁੱਲ ਕਾਇਨਾਤ ਘਟਦੀ ਏ, ਕੁੱਲ ਮਖਲੂਕਾਤ ਘਟਦੀ ਏ, ਪਰ ਪਰਮੇਸ਼ਰ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਤਾਂ ਸਦੀਵੀ ਕਾਲ ਵਾਸਤੇ, ਉਹ ਤਾਂ ਸਦੀਵੀ ਕਾਲ ਵਾਸਤੇ। ਤੋ ਪਾਤਸ਼ਾਹ ਕਿਰਪਾ ਕਰਦੇ ਨੇ, ਆਤਸ ਦੁਨੀਆ ਖੁਨ ਨਾਮ ਖੁਦਾਇਆ। ਐ ਵਾਹਿਗੁਰੂ, ਤੇਰਾ ਜਿਹੜਾ ਨਾਮ ਹੈ ਵਾਹਿਗੁਰੂ, ਅਗਨੀ ਰੂਪ ਜਿਹੜੀ ਜਲਾਉਣ ਵਾਲੀ ਅੱਗ ਸਾਡੇ ਅੰਦਰ ਹੈ ਨਾ, ਤੇਰਾ ਨਾਮ ਉਸ ਤੋਂ ਬਚਾਉਣ ਵਾਲਾ ਹੈ, ਸੀਤਲ ਹੈ, ਠੰਡਕ ਦੇਣ ਵਾਲਾ ਹੈ। ਇਹ ਜਿਹੜੀ ਦੁਨਿਆਵੀ ਮਾਇਆ ਹੈ ਨਾ, ਇਹਨੂੰ ਪਾਤਸ਼ਾਹ ਨੇ ਅੱਗ ਦਾ ਨਾਮ ਦਿੱਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਰਾਮਕਲੀ ਦੇ ਵਿੱਚ ਵੀ ਕਿਰਪਾ ਕਰਦੇ ਨੇ ਨਾ ਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਿਵੇਂ ਉਧਰ ਦੀ ਅਗਨ ਹੈ, ਇਸੇ ਤਰ੍ਹਾਂ ਬਾਹਰ ਮਾਇਆ ਰੂਪੀ ਵੀ ਅਗਨ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਸਤਿਗੁਰੂ ਕਹਿੰਦੇ ਨੇ ਮਾਇਆ ਅਗਨ ਸਭ ਇੱਕੋ ਜਿਹੀ, ਮਾਇਆ ਤੇ ਅਗਨ ਦਾ ਇੱਕੋ ਹੀ ਰੂਪ ਹੈ, ਕਰਤਾ ਹੈ। ਉਸ ਕਰਤੇ ਪੁਰਖ ਨੇ ਖੇਲ ਬਣਾਇਆ ਹੋਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤ ਆਇਆ। ਇਸ ਮਾਇਆ ਦੇ ਜਾਲ ਦੇ ਵਿੱਚ ਮਨੁੱਖ ਉਲਝ ਕੇ ਰਹਿ ਗਿਆ, ਆਪਣੀ ਮੰਜ਼ਿਲ ਨੂੰ ਭੁੱਲ ਗਿਆ। ਤੋ ਪਾਤਸ਼ਾਹ ਕਿਰਪਾ ਕਰਦੇ ਨੇ, ਪੌੜੀ ਨਵੀਂ ਮਹੱਲਾ ਪੰਜਵਾ, ਸਭੋ ਵਰਤੈ ਚਲਤ ਚਲਤ ਵਖਾਣਿਆ। ਕਹਿੰਦੇ ਨੇ ਸਾਰਾ ਸੰਸਾਰ ਚਲਿੱਤਰ ਰੂਪ ਵਰਤ ਰਿਹਾ, ਤੇ ਹੋਰ ਵੀ ਸੰਸਾਰ ਸਾਰਾ, ਵੇਦਾਂ ਨੇ ਸ਼ਾਸਤਰਾਂ ਨੇ ਇਸ ਸਰੀਰ ਬਾਰੇ, ਇਸ ਜੀਵਨ ਦੇ ਬਾਰੇ ਕਥਨ ਕੀਤਾ, ਵਿਚਾਰ ਕੀਤੀ ਏ। ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ। ਕਹਿੰਦੇ ਨੇ ਉਹ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ
ਉਸ ਨੂੰ ਕਿਸਨੇ ਪਹਿਚਾਣਿਆ? ਗੁਰਮੁਖਾਂ ਨੇ, ਭਲਿਆਂ ਨੇ, ਉੱਤਮ ਪੁਰਸ਼ਾਂ ਨੇ, ਸੰਤਾਂ ਨੇ, ਮਹਾਂਪੁਰਖਾਂ ਨੇ ਉਹਨੂੰ ਪਹਿਚਾਣਿਆ। ਗੁਰਮੁਖ, ਸ਼ਾਇਦ ਆਪ ਨੂੰ ਯਾਦ ਹੋਵੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਗੁਰਮੁਖ ਤੇ ਮਨਮੁਖ। ਗੁਰਮੁਖ ਉਹ ਜਿਨ੍ਹਾਂ ਦਾ ਮੁਖ ਗੁਰੂ ਵੱਲ ਨੂੰ ਹੈ, ਮਨਮੁਖ ਉਹ ਜਿਨ੍ਹਾਂ ਦਾ ਮੁਖ ਆਪਣੇ ਮਨ ਵੱਲ ਨੂੰ ਹੈ, ਜਿਹੜੇ ਆਪਣੇ ਮਨ ਦੀ ਗੱਲ ਸੁਣਦੇ, ਗੁਰੂ ਦੀ ਨਹੀਂ ਸੁਣਦੇ। ਕੋਈ ਮਹਾਂਪੁਰਖ ਹੁਕਮ ਕਰਦੇ ਨੇ ਭਲਿਓ ਇਸ ਤਰ੍ਹਾਂ ਕਰਨਾ, ਆਪਾਂ ਕਹਿੰਦੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ। ਹੋਵੇ ਕਿਵੇਂ ਹੋਵੇਗਾ? ਜਿਵੇਂ ਮੇਰਾ ਮਨ ਚਾਹੁੰਦਾ ਹੈ। ਫਿਰ ਤੇਰਾ ਤਾਂ ਧਿਆਨ ਆਪਣੇ ਮਨ ਵੱਲ ਹੈ, ਗੁਰੂ ਵੱਲ ਨਹੀਂ। ਜਿੱਦਣ ਤੇਰਾ ਧਿਆਨ ਗੁਰੂ ਵੱਲ ਹੋ ਗਿਆ ਉਦਣ ਗੁਰਮੁਖ ਬਣ ਜਾਏਗਾ। ਜਦੋਂ ਤੱਕ ਤੇਰਾ ਧਿਆਨ ਆਪਣੇ ਮਨ ਵੱਲ ਹੈ, ਆਪਣੇ ਮਨ ਦੀ ਸੁਣੇਗਾ, ਸਮਝ ਲਈ ਉਦੋਂ ਤੱਕ ਮਨਮੁਖ ਹੈ। ਤਾਂ ਪਾਰ ਬ੍ਰਹਮ ਪਰਮੇਸ਼ਰ ਕਿਰਪਾ ਕਰਦੇ ਨੇ। ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ, ਫਿਰ ਗੁਰਮੁਖ ਬਣ ਗਿਆ, ਉਹਨੇ ਜਾਣ ਲਿਆ ਪਾਰ ਬ੍ਰਹਮ ਪਰਮੇਸ਼ਰ ਨੂੰ। ਲੱਥੇ ਸਭ ਵਿਕਾਰ ਸ਼ਬਦ ਨਿਸਾਣਿਆ, ਸਾਧੂ ਸੰਗ ਉਧਾਰ ਭਏ ਨਿਕਾਣਿਆ। ਕਹਿੰਦੇ ਲੱਥੇ ਸਭ ਵਿਕਾਰ। ਜਦੋਂ ਮਨੁੱਖ ਗੁਰਮੁਖ ਬਣ ਗਿਆ ਫਿਰ ਉਹਦੇ ਸਾਰੇ ਵਿਕਾਰ ਜਿਹੜੇ ਨੇ ਦੂਰ ਹੋ ਜਾਂਦੇ ਆ। ਹੋਰ ਸਾਰੇ ਵਿਕਾਰ, ਹੁਣ ਸਾਰੇ ਜਿੰਨੇ ਵਿਕਾਰ ਨੇ ਬੇਅੰਤ ਨੇ, ਕੋਈ ਅੰਤ ਨਹੀਂ ਵਿਕਾਰਾਂ ਦਾ। ਪਰ ਮੁੱਢ ਜਿਹੜਾ ਤਿੰਨ ਨੇ, ਬਾਣੀ ਵਿੱਚ ਵੀ ਪਾਤਸ਼ਾਹ ਕਿਰਪਾ ਕਰਦੇ ਨੇ, ਤਿੰਨ ਵਿਕਾਰ ਨੇ ਮੁੱਢ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਮੁੱਢ ਤਿੰਨ ਨੇ, ਤੀਨੇ ਤਾਪ, ਤਿੰਨ ਤਾਪ। ਉਹ ਕਿਹੜੇ ਨੇ? ਆਦ, ਵਿਆਦ ਤੇ ਉਪਾਦ। ਇਹ ਤਿੰਨ ਤਾਪ ਨੇ। ਇਹ ਵਿਸਥਾਰ ਬੜਾ ਲੰਮਾ ਹੈ, ਫਿਰ ਕਿਤੇ ਵਿਚਾਰ ਕਰਾਂਗੇ। ਸਤਿਗੁਰੂ ਕਹਿੰਦੇ ਨੇ ਇਹ ਤਿੰਨਾਂ ਦੇ ਵਿੱਚੋਂ ਹੀ ਦੂਸਰੇ ਵਿਕਾਰ ਪੈਦਾ ਹੁੰਦੇ ਨੇ। ਤੀਨੇ ਤਾਪ, ਤਿੰਨੇ ਜਿਹੜੇ ਤਾਪ ਨੇ ਇਹਨਾਂ ਨੂੰ ਦੂਰ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਰ ਇੱਥੇ ਵੀ ਜਦੋਂ ਮਨ ਵਿੱਚ ਵਸ ਗਿਆ, ਗੁਰਮੁਖ ਦੀ ਅਵਸਥਾ ਆ ਗਈ, ਸਤਿਗੁਰੂ ਕਹਿੰਦੇ ਨੇ ਫਿਰ ਲੱਥੇ ਸਭ ਵਿਕਾਰ ਸ਼ਬਦ ਨਿਸ਼ਾਨਿਆ। ਜਿੱਦਣ ਤੂੰ ਸ਼ਬਦ ਦਾ ਨਿਸ਼ਾਨਾ ਲੈ ਲਿਆ, ਜਿੱਦਣ ਸ਼ਬਦ ਨੂੰ ਹਿਰਦੇ 'ਚ ਵਸਾ ਲਿਆ, ਜਿੱਦਣ ਗੁਰੂ ਦੇ ਹੁਕਮ ਨੂੰ ਹਿਰਦੇ 'ਚ ਵਸਾ ਲਿਆ, ਸੱਚ ਦੀ ਪਹਿਚਾਣ ਕਰ ਲਈ, ਤੇਰੇ ਸਾਰੇ ਵਿਕਾਰ ਜੀਵਨ ਦੇ ਵਿੱਚੋਂ ਚਲੇ ਜਾਣਗੇ। ਸਾਧੂ ਸੰਗ ਉਧਾਰ, ਦੇਖੋ ਸਪਸ਼ਟ ਕਰ ਦਿੱਤਾ ਨਾ। ਜੇ ਪਹਿਲਾਂ ਆਪਾਂ ਸਰਵਣ ਕੀਤਾ, ਕਹਿੰਦੇ ਕਿਸੇ ਮਹਾਂਪੁਰਖ ਦੀ, ਕਿਸੇ ਸੰਤ ਦੀ ਸੰਗਤ ਦੀ ਲੋੜ ਨਹੀਂ। ਦੁਨਿਆਵੀ ਵਿਦਿਆ ਬੜੀ ਹੈ, ਸਾਨੂੰ ਪਤਾ ਹੈ ਗੁਰਬਾਣੀ ਕੀ ਹੈ, ਪਰ ਮੇਰੇ ਪਾਤਸ਼ਾਹ ਕਹਿੰਦੇ ਨੇ ਨਹੀਂ ਭਾਈ, ਸਾਧੂ ਸੰਗ ਉਧਾਰ। ਜੇ ਜੀਵਨ ਦਾ ਉਧਾਰ ਚਾਹੁੰਦਾ ਤੇ ਫਿਰ ਸਾਧੂ ਦੀ ਸੰਗਤ ਕਰ। ਇਥੋਂ ਬਿਨਾਂ ਉਧਾਰ ਨਹੀਂ ਆਉਣਾ। ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ, ਪ੍ਰਗਟ ਭਇਆ ਸੰਸਾਰ ਮੇਰ ਛਾਵਾਣਿਆ। ਦਾਤਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ, ਉਹਦੀ ਬਾਣੀ ਦਾ ਸਿਮਰਨ ਕਰਨ ਦੇ ਨਾਲ ਆਨੰਦ ਦੀ ਪ੍ਰਾਪਤੀ ਏ। ਅੰਦਰੋਂ ਹੀ ਪਰਮੇਸ਼ਰ ਪ੍ਰਗਟ ਹੋ ਜਾਂਦਾ ਏ, ਅੰਦਰੋਂ ਹੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਏ। ਸਤਿਗੁਰੂ ਕਿਰਪਾ ਕਰਦੇ ਨੇ, ਆਪੇ ਬਖਸ਼ ਮਿਲਾਏ ਸਤਿਗੁਰ ਬਾਣਿਆ, ਨਾਨਕ ਲਈ ਮਿਲਾਏ ਖਸਮੈ ਭਾਣਿਆ। ਆਪੇ ਬਖਸ਼ ਮਿਲਾਏ। ਜਿੱਦਣ ਆਪਾਂ ਉਹਦੀ ਕਿਰਪਾ ਦੇ ਪਾਤਰ ਬਣ ਗਏ, ਜਿੱਦਣ ਅਸੀਂ ਉਹਦੇ ਹੁਕਮ ਦੇ ਦਾਇਰੇ ਵਿੱਚ ਆਪਣੇ ਆਪ ਨੂੰ ਲੈ ਆਏ, ਸਤਿਗੁਰੂ ਕਹਿੰਦੇ ਨੇ ਉਹਨੇ ਫਿਰ ਤੈਨੂੰ ਮਿਲਾ ਲੈਣਾ ਏ। ਆਪਣੇ ਛਾਤੀ ਨਾਲ ਮਿਲਾ ਲੈਣਾ ਹੈ, ਆਪਣੇ ਕੰਠ ਦੇ ਨਾਲ ਲਾ ਲੈਣਾ ਹੈ। ਉਹਨੇ ਆਪਣੀ ਸ਼ਰਨ ਦੇ ਵਿੱਚ ਸਾਨੂੰ ਬੁਲਾ ਲੈਣਾ ਏ। ਸਦ ਐਸੇ ਪਰਮੇਸ਼ਰ ਤੋਂ ਸਦਾ ਸਦਾ ਮੈਂ ਕੁਰਬਾਨ ਜਾਂਦਾ ਹਾਂ। ਸਦ ਕੁਰਬਾਨਿਆ ਨਾਨਕ ਲਈ ਮਿਲਾਏ ਖਸਮੈ ਭਾਣਿਆ। ਜਿੱਦਣ ਅਸੀਂ ਆਪਣੇ ਖਸਮ ਨੂੰ ਭਾ ਗਏ, ਜਿੱਦਣ ਆਪਣੇ ਮਾਲਕ ਨੂੰ ਚੰਗੇ ਲੱਗ ਗਏ, ਜਿੱਦਣ ਸਾਡੇ ਦੁਨਿਆਵੀ ਜਾਂ ਆਤਮਿਕ ਅਧਿਆਤਮਿਕ ਸੰਸਕਾਰ ਪਰਮੇਸ਼ਰ ਨੂੰ ਚੰਗੇ ਲੱਗ ਗਏ, ਉਦਣ ਫਿਰ ਸਤਿਗੁਰੂ ਨੇ ਸਾਨੂੰ ਆਪਣੇ ਨਾਲ ਮਿਲਾ ਲੈਣਾ ਹੈ। ਅਬਨਾਸੀ